जी माननीय अमिताभ बच्चन जी ਜਿਹੜੇ ਆਪਦੇ ਆਪ ਨੂੰ ਬਿਗ ਬੀ ਕਲਾਉਂਦੇ ਆ ਬਾਲੀਵੁੱਡ ਦੇ ਰਹਿ ਕੇ ਜੇ ਮੇਰੀ ਵੀਡੀਓ ਦੇਖਣ ਤਾਂ ਮੇਰੀ ਇੱਕ ਗੱਲ ਸੁਣ ਲਿਓ ਜਦੋਂ 2012 ਦੇ ਵਿੱਚ ਤੁਸੀਂ ਇਹ ਟਵੀਟ ਕੀਤਾ ਸੀ कि ऐसा कलयुग आएगा जहां कार मिलेगी कैश पे और पेट्रोल लोन पे आएगा जी उन्होंने एक ट्वीट करके कही सी भी तुसी कार तो कैश ले लोगे पर पेट्रोल ਤੁਹਾਡਾ ਜਿਹੜਾ ਉਹ ਲੋਨ ਤੇ ਆਊਗਾ जी ਅੱਜ ਉਹੀ ਹਾਲ ਹੋਇਆ ਪਿਆ ਇੱਕ ਤਰ੍ਹਾਂ ਦਾ ਉਹੀ ਹਾਲ ਹੋਇਆ ਪਿਆ ਬਿਲਕੁਲ ਅੱਜ ਤੁਹਾਡੀ ਬੋਲਤੀ ਕਿੱਥੇ ਗਈ ਜੀ ਉਹ ਕਾਂਗਰਸ ਸਰਕਾਰ ਸੀਗੀ ਸੈਂਟਰ ਦੇ ਵਿੱਚ ਉਹ ਤੁਸੀਂ ਇਹ ਟਵੀਟ ਕੀਤਾ ਸੀ ਅੱਜ ਕਰਕੇ ਦਿਖਾਓ हाँ जी सत श्री अकाल दोस्तों मैं तुहाडा अपना राजू धालीवाल जी। सो अज मेरे नाल मेरा वीर आकाश अरोड़ा रायकोट शहर तो जी। सो कुछ असीं पंजाब के मसलियां ते गल करनी है जी। पिंडां दे विच हालत इन्ने क नाजुक आ लोकां दे जिन्हां दे घरे रोजगार नहीं हैगा ते घर दे विच कोई कमाउण वाला नहीं हैगा। सो इदां दे पिंडां दे विच घर अक्सर पाए जांदे आ जिहड़े बेचारे बजुर्ग आ उन्हां दे गांह बच्चे ਜਾਂ ਕਈਆਂ ਦੇ ਨਹੀਂ ਹੈਗੇ ਕਈਆਂ ਦੇ ਅਲੱਗ ਰਹਿ ਰਹੇ ਆ ਘਰਾਂ ਦੇ ਵਿੱਚ ਕਮਾਉਣ ਵਾਲਾ ਨਹੀਂ ਕੋਈ ਹੈਗਾ ਉਹਨਾਂ ਦੇ ਹਾਲਾਤ ਕਾਫੀ ਮੁਸ਼ਕਲ ਹੋ ਰਹੇ ਆ ਕਿਉਂਕਿ ਸਾਡੀਆਂ ਸਰਕਾਰਾਂ ਨਿਤ ਨਵੇਂ ਕਾਨੂੰਨ ਲੋਕਾਂ ਤੇ ਲਾਗੂ ਕਰਦੀਆਂ। ਸੋ ਆਪਾਂ ਦੇਖਦੇ ਆ ਕਿ ਐਮਐਲਏਆਂ ਦੀਆਂ ਵੀ ਪੈਨਸ਼ਨਾਂ ਜਿਹੜੀਆਂ ਲੱਗੀਆਂ ਹੋਈਆਂ ਉਹ ਵੀ ਕਿਸੇ ਭਲਾਈ ਫੰਡ 'ਚ ਨਹੀਂ ਲੱਗਦੀਆਂ ਸਿਰਫ ਉਹ ਇੱਕ ਬੰਦਾ ਹੀ ਅਮੀਰ ਬਣੀ ਜਾਂਦਾ ਦੇਸ਼ ਦਾ ਜਿਹਨੂੰ ਪੈਨਸ਼ਨ ਲੱਗ ਜਾਂਦੀ ਆ ਉਹ ਜਿੰਨਾ ਟਾਈਮ ਦੁਨੀਆ ਤੇ ਉਹਨਾਂ ਟਾਈਮ ਪੈਨਸ਼ਨ ਹੀ ਲੱਗੀ ਰਹਿੰਦੀ ਆ ਜੀ। ਸੋ ਆਕਾਸ਼ ਜੀ ਨਾਲ ਉਹ ਗੱਲਾਂ ਦੇ ਵਿਸ਼ੇ ਤੇ ਵਿਚਾਰ ਵਟਾਂਦਰਾ ਕਰਾਂਗੇ ਆਕਾਸ਼ ਅਰੋੜਾ ਜੀ ਨਾਲ। ਸੋ ਸੁਣਦੇ ਹਾਂ ਬਾਈ ਜੀ ਕੀ ਕਹਿ ਰਹੇ ਆ ਇਹ ਵਿਸ਼ਿਆਂ ਤੇ। ਬਾਈ ਜੀ ਜਿਵੇਂ ਹੁਣ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਜੀ ਆਕਾਸ਼ ਜੀ। ਥੈਂਕ ਯੂ ਮੈਂ ਸਾਰੇ ਤੁਹਾਡੇ ਤੁਹਾਨੂੰ ਟੀਵੀ ਤੇ ਸਰ ਆਪਾਂ ਦੇਖਦੇ ਹਾਂ ਅਕਸਰ ਕਿ ਦੇਖੋ ਹੁਣ ਸਰਕਾਰ ਬਣੀਓ ਮੰਤਰੀ ਬਣ ਜਾਂਦਾ ਕੋਈ ਜਾਂ ਕੋਈ ਅਫਸਰ ਬਣ ਜਾਂਦਾ ਜੀ ਕੋਈ ਵੀ ਜੀ ਉਹ ਆ ਕੇ ਨਵੇਂ ਨਵੇਂ ਕਾਨੂੰਨ ਲੋਕਾਂ ਨੂੰ ਦੱਸ ਦਿੰਦਾ ਵੀ ਆਹ ਕਾਨੂੰਨ ਤੁਹਾਡੇ ਤੇ ਆਹ ਥੋਪਤਾ ਜਾਂ ਆਹ ਕਾਨੂੰਨ ਲਾਗੂ ਹੋ ਗਏ ਆਪਾਂ ਅਕਸਰ ਦੇਖਦੇ ਹਾਂ ਜੀ। ਉਹ ਕਾਨੂੰਨ ਤਾਂ ਲਾਗੂ ਹੋ ਜਾਂਦੇ ਆ ਜੀ ਪਰ ਜਿਹੜੇ ਬੰਦਿਆਂ ਦੀ ਕੋਈ ਵਿਚਾਰਿਆਂ ਦੀ ਇਨਕਮ ਨਹੀਂ ਹੈਗੀ ਜਾਂ ਜਿਨ੍ਹਾਂ ਦੇ ਘਰੇ ਕੋਈ ਕਮਾਉਣ ਵਾਲਾ ਨਹੀਂ ਹੈਗਾ ਜਾਂ ਬਜ਼ੁਰਗ ਬੰਦਾ ਵਾ ਮਿਹਨਤ ਕਰਦਾ ਚਲੋ ਮਿਹਨਤ ਆਪਾਂ ਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਮਿਹਨਤ ਦਾ ਕੀ ਬਣਦਾ 6-7 ਹਜ਼ਾਰ ਮਸਾਂ ਮਹੀਨੇ ਦਾ ਬਣਦਾ ਤੇ ਘਰ ਦੇ ਖਰਚੇ ਐਡੇ ਸਾਡੇ ਬਿੱਲ ਆ ਜਾਂਦੇ ਆ ਜੀ ਘਰਾਂ ਦੇ ਤੇ ਬਾਕੀ ਕੋਈ ਹਸਪੀਟਲ ਦੀ ਸਹੂਲਤਾਂ ਨਹੀਂ ਹੈਗੀਆਂ ਸਰਕਾਰੀ ਦੇ ਵਿੱਚ ਜੀ ਤੇ ਨਾ ਕੋਈ ਸੁਣਵਾਈ ਆ ਆਮ ਬੰਦੇ ਦੀ ਜੀ ਕਿਤੇ ਆਪਾਂ ਕੋਰਟ ਕਚਹਿਰੀ ਚਲੇ ਜਾਈਏ ਉੱਥੇ ਨਹੀਂ ਕੋਈ ਸੁਣਦਾ ਬਿਨਾਂ ਪੈਸੇ ਤੋਂ ਜੀ ਠੀਕ ਆ ਜੀ। ਤੇ ਕੋਈ ਸਕੂਲਾਂ ਦੇ ਵਿੱਚ ਨਹੀਂ ਚੱਜਦੀ ਪੜ੍ਹਾਈ ਸਰਕਾਰ ਦੇ ਜਿੰਨੇ ਵੀ ਸਕੂਲ ਆ ਸਾਰੇ ਤਕਰੀਬਨ ਫੇਲ ਹੀ ਹੋ ਗਏ ਜੀ। ਸਰਕਾਰੀ ਹਸਪਤਾਲ 'ਚ ਤਾਂ ਆਪਾਂ ਦੇਖਦੇ ਆ ਵੀ ਕੋਈ ਚੀਜ਼ਾਂ ਨਹੀਂ ਹੈਗੀਆਂ ਇਲਾਜ ਲਈ ਮਸ਼ੀਨਾਂ ਨਹੀਂ ਹੈਗੀਆਂ ਲੋਕ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਜਾਂਦੇ ਆ ਜਦੋਂ ਕੋਈ ਅਮੀਰ ਆ ਚਲੋ ਉਹ ਚਲਿਆ ਜਾਂਦਾ ਉਹਦੇ ਕੋਲ ਪੈਸੇ ਹੈਗੇ ਇਲਾਜ ਕਰਾ ਲੈਂਦਾ ਤੇ ਗਰੀਬ ਬੰਦਾ ਇਲਾਜ ਕਿੱਥੋਂ ਕਰਾਵੇ। ਤੇ ਜਦੋਂ ਆਪਾਂ ਦੇਖਦੇ ਆ ਗਰੀਬ ਬੰਦੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਆ ਆਪਾਂ ਦੇਖਦੇ ਆ ਵੱਡੇ ਹਸਪਤਾਲ 'ਚ ਦਾਖਲ ਹੋ ਗਿਆ ਬੰਦਾ ਉੱਥੇ ਕੀ ਕਰਦੇ ਆ ਦਾਖਲ ਤਾਂ ਬੰਦਾ ਕਰਾ ਲੈਂਦਾ ਪੈਸੇ ਹੁੰਦੇ ਨਹੀਂ ਉਦੋਂ ਬਾਅਦ ਜਿਹੜਾ ਸੁਨੇਹਾ ਆਉਂਦਾ ਆਪਾਂ ਨੂੰ ਪਤਾ ਹੀ ਆ ਵੀ ਕੀ ਗੱਲਬਾਤ ਬਾਅਦ 'ਚ ਹੁੰਦੀ ਹੈ ਨਾ ਜੀ। ਉਹਦੇ ਲਈ ਸਾਡੇ ਕੋਈ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੱਦਾਂ ਸਾਨੂੰ ਸਮਝਾਓਗੇ ਜਾਂ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਕੀ ਇੱਦਾਂ ਦੀਆਂ ਗੱਲਾਂ ਪਾਓਗੇ ਸੋ ਜ਼ਰੂਰ ਸਾਂਝੇ ਕਰੋ ਤੁਸੀਂ ਵਿਚਾਰ ਜੀ। ਤਾਂ ਰਾਜੂ ਧਾਲੀਵਾਲ ਸਾਹਿਬ ਇੱਕ ਤਾਂ ਤੁਹਾਡੇ ਸਵਾਲ ਮੈਨੂੰ ਤੁਸੀਂ 2-3 ਇੱਕ ਵੀ ਪੁੱਛ ਲਏ ਤਾਂ ਮੈਂ ਸਵਾਲ ਤਾਂ ਤੁਹਾਡੇ ਸਮਝ ਗਿਆ ਤੇ ਜਵਾਬ ਵੀ ਮੈਂ ਤੁਹਾਨੂੰ ਦਊਂਗਾ ਬਿਲਕੁਲ ਪ੍ਰੈਕਟੀਕਲ ਤਰੀਕੇ ਨਾਲ ਦਊਂਗਾ। ਤਾਂ ਸਰਕਾਰ ਜਿੱਦਾਂ ਦੇ ਕਾਨੂੰਨ ਲਾਗੂ ਕਰਦੀ ਹੈ ਲੋਕਾਂ ਵਾਸਤੇ ਜੀ है ना उन्होंने ये नहीं देखना ग्राउंड फ्लोर पे उतर के भाई बंदे को रोटी है नहीं खान जी जी या कपड़े है नहीं पान या एजुकेशन नहीं हैगी या कितना किहड़े एनवायरमेंट च रह रहे हैं। तुसीं अज भी दिल्ली साइड चले जाओ शकूर बस्ती साइड जितों दिल्ली शुरू होंदी है जी नांगलोई साइड तो उत्थे अज भी लोग खुले सोच करते हैं जी कित्थे गया इन्हां दा स्वस्थ भारत अभियान स्वच्छ भारत अभियान जी प्राइम मिनिस्टर मोदी जी तो कहते सी स्वच्छ भारत अभियान साफ करो पढ़ेगा इंडिया तभी तो बढ़ेगा इंडिया जी ये गल्लां हुण अजकल देखण नूं नहीं मिल रही जी बिल्कुल हुण मोदी जी ने पढ़ाई भी हुण देखो स्कूल ही बंद कीते पे आ जी तां वो ऐसे करके जी जे बच्चा पढ़ गया उन्हें देश की तरक्की कर लेनी है बिल्कुल जी। ते देखो ਜਿਹੜੇ ਹੁਣ ਸਕੂਲ ਬੰਦ ਆ ਜੀ ਹੁਣ ਸਾਡੇ ਇੱਕ ਹੋਰ ਡਰਾਮਾ ਚੱਲਿਆ ਹੈ ਡਰਾਮਾ ਹੀ ਆਪਾਂ ਕਹਿ ਸਕਦੇ ਇਹਨੂੰ ਜੀ ਆਨਲਾਈਨ ਜੀ ਪੜ੍ਹਾਈ ਕਰਾਓ ਪੈਸੇ ਪਾਓ ਟੀਚਰਾਂ ਨੂੰ ਪੈਸੇ ਪਾਓ ਨਾ ਹੁਣ ਕਈ ਹੁਣ ਬੰਦਿਆਂ ਦਾ ਕੰਮ ਤਾਂ ਚੱਲਦਾ ਨਹੀਂ ਪਿੰਡਾਂ ਦੇ ਵਿੱਚ ਵਿਚਾਰੇ ਉਹ ਕਿੱਥੋਂ ਪੈਸਾ ਪਾਉਣਗੇ ਜੀ ਕੰਮ ਤਾਂ ਸਾਰਾ ਠੱਪ ਹੋਇਆ ਪਿਆ ਮਾਰਕੀਟ ਡਾਊਨ ਹੋਈ ਪਈ ਹੈ। ਧੰਨਵਾਦ ਸਾਹਿਬ ਮੈਂ ਤੁਹਾਨੂੰ ਵਿੱਚ ਟੋਕ ਰਿਹਾ ਪਰ ਜਿਵੇਂ ਮੈਂ ਤੁਹਾਡੀ ਗੱਲ ਦਾ ਜਵਾਬ ਦਊਂਗਾ ਸਰਕਾਰ ਕਾਨੂੰਨ ਤਾਂ ਲਾਗੂ ਕਰ ਦਿੰਦੀ ਹੈ ਜੀ ਪਰ ਉਹ ਫਿੱਟ ਨਹੀਂ ਬੈਠਦੇ ਇੰਡੀਆ ਤੇ ਹੈ ਨਾ ਜੀ ਜਿਹੜੇ ਇਹ 3 ਕਾਲੇ ਕਾਨੂੰਨ ਲਿਆਏ ਗਏ ਹੈ ਬਿਨਾਂ ਪੁੱਛੇ ਸੋਚੇ ਸਮਝੇ ਕੁਝ ਵੀ ਇੱਕ ਤਰ੍ਹਾਂ ਦਾ ਥੋਪਤਾ ਜੀ ਤਾਂ ਮੈਂ ਐਗਜ਼ਾਮਪਲ ਲਈ ਦੇਣਾ ਇੱਕ ਮੈਨੂੰ ਤੁਸੀਂ ਗੱਲ ਦੱਸੋ ਵੀ ਜੋ ਰਿਕਸ਼ੇ ਚਲਾਉਣ ਵਾਲਾ ਰਿਕਸ਼ਾ ਕੋਈ ਚਲਾਉਂਦਾ ਤਾਂ ਤੁਸੀਂ ਉਹ ਤੋਂ ਮਰਸੀਡੀਜ਼ ਕਾਰ ਚਲਵਾ ਲਓਗੇ नहीं चला सकते नहीं चलवा सकते बिल्कुल जी। मारुति वाला भी नहीं चला सकता मर्सिडीज नहीं चला सकता मेरे कहने का मतलब ये है
ਤੁਸੀਂ ਕਾਨੂੰਨ ਤਾਂ ਦੇਤੇ ਮਰਸੀਡੀਜ਼ ਦੀ ਗੱਡੀ ਵਰਗੇ ਜੀ। ਜਿਹੜੇ ਡਰਾਈਵਰ ਆਮ ਜਨਤਾ ਹੈ ਜੀ, ਉਹਨਾਂ ਨੂੰ ਵਿਚਾਰਿਆਂ ਨੂੰ ਸਾਈਕਲ ਚਲਾਉਣਾ ਆਉਂਦਾ, ਬਿਲਕੁਲ ਬਿਲਕੁਲ, ਉਹ ਮਰਸੀਡੀਜ਼ ਕਿਵੇਂ ਡਰਾਈਵ ਕਰ ਲੈਣਗੇ? ਬਿਲਕੁਲ ਜੀ। ਯਾਨੀ ਕਿ ਉਸ ਪ੍ਰਕਾਰ ਦੀ ਐਜੂਕੇਸ਼ਨ ਨਹੀਂ ਆਪਾਂ ਨੂੰ ਮਿਲ ਰਹੀ। ਬਿਲਕੁਲ, ਪਹਿਲਾਂ ਪੜ੍ਹਾਈ ਸਿਸਟਮ, ਸਿਹਤ ਵਿਭਾਗ ਠੀਕ ਕਰੋ, ਫਿਰ ਕਾਨੂੰਨ ਠੋਕਿਓ। ਬਿਲਕੁਲ, ਪਹਿਲਾਂ ਸਿਸਟਮ ਸੈੱਟ ਕਰੋ ਤੁਸੀਂ, ਜੀ। ਐਜੂਕੇਸ਼ਨ ਦਿਓ, ਹੈਲਥ ਦਿਓ, ਜਿਹਦੇ ਨਾਲ ਇੰਡੀਆ ਦੇ ਬੱਚੇ, ਭਾਰਤ ਦਾ ਹਰ ਇੱਕ ਨਾਗਰਿਕ ਸਵਸਥ ਖਾਵੇ, ਸਵਸਥ ਰਵੇ, ਬਿਲਕੁਲ, ਸਵੱਛ ਪਾਵੇ, ਬਿਲਕੁਲ ਜੀ, ਸਿੱਖਿਆ ਮਿਲੇ, ਬਿਲਕੁਲ, ਫਿਰ ਹੀ ਇਹ ਸਿਸਟਮ ਜਾ ਕੇ ਕਿਤੇ ਫਿੱਟ ਬੈਠ ਸਕਦੇ, ਅਦਰਵਾਈਜ਼ ਨਹੀਂ ਬੈਠ ਸਕਦੇ। ਬਿਲਕੁਲ ਜੀ, ਇਹੀ ਗੱਲ ਹੈ। ਸੋ ਬਹੁਤ ਵਧੀਆ ਗੱਲ ਕਹੀ ਆ ਜੀ ਤੁਸੀਂ। ਜਦੋਂ ਪੜ੍ਹਾਈ ਨਹੀਂ ਹੈਗੀ, ਸਿਹਤ ਵਿਭਾਗ ਨਹੀਂ ਹੈਗਾ ਚੱਜ ਦਾ, ਅੱਗੇ ਕੋਈ ਕਾਨੂੰਨ ਠੋਕਿਆ ਜਾਂਦਾ ਜੀ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ, ਲੋਕਾਂ ਨੂੰ ਕਾਨੂੰਨਾਂ ਬਾਰੇ। ਹੁਣ ਏਡੇ ਏਡੇ ਬਿਜਲੀ ਦੇ ਬਿੱਲ ਆ ਜਾਂਦੇ ਆ ਜੀ ਘਰਾਂ ਦੇ ਵਿੱਚ। ਪਹਿਲਾਂ 2-3 ਰੁਪਏ ਯੂਨਿਟ ਸੀ, ਜਿਹੜੀ ਅੱਜ 10-12 ਰੁਪਏ ਦੇ ਪਹੁੰਚੀ ਹੋਈ ਹੈ। ਬਿਲਕੁਲ ਜੀ। ਕੀ ਸਰਕਾਰ ਨੂੰ ਇਹ ਤੇ ਨਕੇਲ ਕੱਸਣੀ ਚਾਹੀਦੀ ਹੈ ਜੀ? ਸਰ, ਸਰਕਾਰ ਨੇ ਤਾਂ ਕੱਸਣੀ ਹੋਈ ਤਾਂ ਕਦੋਂ ਦੀ ਕੱਸ ਦਿੰਦੀ ਜੀ। ਆਉਣ ਤੋਂ ਪਹਿਲਾਂ ਕੀ ਵਾਅਦੇ ਹੁੰਦੇ, ਜਾਣ ਤੋਂ ਪਹਿਲਾਂ, ਜਾਣ ਤੋਂ ਬਾਅਦ ਕੀ ਵਾਅਦੇ ਹੁੰਦੇ ਆ, ਜਦੋਂ ਸਰਕਾਰਾਂ ਆ ਜਾਂਦੀਆਂ, ਜਦੋਂ ਤੁਸੀਂ ਯਕੀਨ ਨਹੀਂ ਮੰਨੋਗੇ, ਜਦੋਂ ਚੁਣਾਵ ਹੁੰਦੇ ਨਾ ਤਾਂ ਸੜਕਾਂ ਬਣਨੀ ਸ਼ੁਰੂ ਹੋ ਜਾਂਦੀਆਂ, ਆਪਣੇ ਜਾਦੂ ਹੋ ਜਾਂਦਾ, ਜਾਦੂ। ਬਿਲਕੁਲ ਜੀ। ਤੁਸੀਂ ਜਾਦੂ ਦੇਖਣਾ ਹੋਵੇ ਨਾ ਤਾਂ ਕਦੇ 2014 ਦੀ ਵੀਡੀਓ ਲਗਾ ਲਿਓ ਨਰਿੰਦਰ ਮੋਦੀ ਜੀ ਦੀ, ਤਾਂ ਕਹਿੰਦਾ ਭਾਈयों और बहनों, ਉਦੋਂ 65 ਰੁਪਏ 64 ਰੁਪਏ ਪੈਟਰੋਲ ਸੀ, देश की जनता इतना महंगा पेट्रोल नहीं खरीद सकती, ਅੱਜ 92-93 ਰੁਪਏ ਹੈ। ਉਦੋਂ ਮੋਦੀ ਸਰਕਾਰ ਦਾ ਸੱਤਾ ਨਹੀਂ ਸੀਗੀ ਸੈਂਟਰ ਦੇ ਵਿੱਚ, ਉਦੋਂ ਮਨਮੋਹਨ ਸਿੰਘ ਜੀ ਸੀਗੇ, ਉਦੋਂ ਉਹਨਾਂ ਤੇ ਸਿਕੰਜਾ ਕੱਸਦੇ ਸੀ ਵੀ ਇੰਨਾ ਪੈਟਰੋਲ ਮਹਿੰਗਾ ਕਿਉਂ। ਮਾਨਨੀय ਅਮਿਤਾਭ ਬੱਚਨ ਜੀ, ਜਿਹੜੇ ਆਪਦੇ ਆਪ ਨੂੰ ਬਿਗ ਬੀ ਕਲਾਉਂਦੇ ਆ ਬਾਲੀਵੁੱਡ ਦੇ ਰਹਿ ਕੇ, ਜੇ ਮੇਰੀ ਵੀਡੀਓ ਦੇਖਣ ਤਾਂ ਮੇਰੀ ਇੱਕ ਗੱਲ ਸੁਣ ਲਿਓ। ਜਦੋਂ 2012 ਦੇ ਵਿੱਚ ਤੁਸੀਂ ਇਹ ਟਵੀਟ ਕੀਤਾ ਸੀ ਕਿ ਐਸਾ ਕਲਯੁਗ ਆਏਗਾ ਜਹਾਂ ਕਾਰ ਮਿਲੇਗੀ ਕੈਸ਼ पे और पेट्रोल लोन पे आएगा, ਉਹਨਾਂ ਨੇ ਇਹ ਗੱਲ ਟਵੀਟ ਕਰਕੇ ਕਹੀ ਸੀ ਵੀ ਤੁਸੀਂ ਕਾਰ ਤਾਂ ਕੈਸ਼ ਲੈ ਲਓਗੇ ਪਰ ਪੈਟਰੋਲ ਤੁਹਾਡਾ ਜਿਹੜਾ ਉਹ ਲੋਨ ਤੇ ਆਊਗਾ। ਅੱਜ ਉਹੀ ਹਾਲ ਹੋਇਆ ਪਿਆ ਇੱਕ ਤਰ੍ਹਾਂ ਦਾ, ਉਹੀ ਹਾਲ ਹੋਇਆ ਪਿਆ। ਬਿਲਕੁਲ, ਅੱਜ ਤੁਹਾਡੀ ਬੋਲਤੀ ਕਿੱਥੇ ਗਈ ਜੀ? ਤੁਸੀਂ ਮਨਮੋਹਨ ਸਰਕਾਰ, ਜਦੋਂ ਕਾਂਗਰਸ ਸਰਕਾਰ ਸੀਗੀ ਸੈਂਟਰ ਦੇ ਵਿੱਚ, ਉਹ ਤੁਸੀਂ ਆ ਟਵੀਟ ਕੀਤਾ ਸੀ, ਅੱਜ ਕਰਕੇ ਦਿਖਾਓ। ਅੱਜ ਕਿਉਂ ਨਹੀਂ ਤੁਸੀਂ ਬੋਲਦੇ? ਬਿਲਕੁਲ, ਇੰਨੇ ਕਿਸਾਨ ਤੁਹਾਡੇ ਸਰਹੱਦਾਂ ਤੇ ਬੈਠੇ ਨੇ, ਠੰਡ ਦੇ, ਚਲੋ ਹੁਣ ਤਾਂ ਠੰਡ ਦਾ ਮਾਹੌਲ ਨਹੀਂ ਹੈ, ਠੰਡ ਦੇ ਵਿੱਚ ਹੀ ਅੰਦੋਲਨ ਸ਼ੁਰੂ ਹੋਇਆ ਸੀ। ਬਿਲਕੁਲ ਬਿਲਕੁਲ, ਉਦੋਂ ਕਈ ਕਿਸਾਨਾਂ ਦੀ ਮ੍ਰਿਤੂ ਵੀ ਹੋ ਗਈ, ਵਿਚਾਰੇ ਕਈਆਂ ਦੇ ਘਰਾਂ ਦੇ ਚਿਰਾਗ ਵੀ ਬੁਝ ਗਏ, ਉਹਨਾਂ ਵਾਸਤੇ ਤੁਸੀਂ ਕਦੋਂ ਟਵੀਟ ਕੀਤਾ? ਉਹ ਜੋ ਕੀਤਾ ਤਾਂ ਸਚਿਨ ਤੰਦੂਲਕਰ ਨੇ, ਉਹ ਵੀ ਪੇਡ, ਉਹ ਵੀ ਡਿਜ਼ਾਈਨ ਕਰਕੇ, ਹੈ ਨਾ, ਵੀ ਡਿਜ਼ਾਈਨ ਪੱਤਰਕਾਰ ਜਿਹੜੇ ਉਹ ਵੀਡੀਓਜ਼ ਦਿਖਾਉਂਦੇ ਨੇ, ਖਾਲਿਸਤਾਨੀ ਫਲਾਣੇ, ਪੈਰਾਸਾਈਟਸ, ਪਰਜੀਵੀ। ਬਿਲਕੁਲ, ਜੇ ਕੋਈ ਉੱਥੇ ਲੰਗਰ ਚਲਾ ਦੇ ਤਾਂ ਲੰਗਰ ਦਾ ਪੈਸਾ ਕਿੱਥੋਂ ਆਇਆ? ਜਦੋਂ ਕੋਈ ਬਾੜ ਆ ਜਾਂਦੀ, ਉਦੋਂ ਸਿੱਖ ਅਰੇਂਜਮੈਂਟ ਉੱਥੇ ਲੰਗਰ ਚਲਾਉਂਦੇ, ਉਦੋਂ ਤੁਸੀਂ ਪੁੱਛਦੇ ਨਹੀਂ ਪੈਸਾ ਕਿੱਥੋਂ ਆਇਆ? ਬਿਲਕੁਲ ਬਿਲਕੁਲ, ਕਿਉਂ ਨਹੀਂ ਪੁੱਛਦੇ ਬਈ? ਬਿਲਕੁਲ, ਉਦੋਂ ਵੀ ਪੁੱਛ ਲਿਆ ਕਰੋ, ਉਦੋਂ ਸਾਡਾ ਇੰਡੀਆ ਦਾ ਭਲਾ ਹੋ ਰਿਹਾ। ਬਿਲਕੁਲ ਜੀ। ਤੁਸੀਂ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਐ ਨਾ ਸਮਝੋ ਵੀ ਇਹ ਵਿਚਾਰੇ ਏਦਾਂ ਹੀ ਹੈ, ਹਲ ਜੋਤਣ ਜੋਗੀ ਹੈ, ਟਰੈਕਟਰ ਚਲਾਉਣ ਜੋਗੀ ਹੈ। ਲੱਖ ਰੁਪਏ ਉਹਨਾਂ ਨੇ ਨਾ ਸਾਊਂਡ ਸਿਸਟਮ ਲਗਵਾ ਰੱਖਿਆ ਟਰੈਕਟਰਾਂ ਤੇ। ਬਿਲਕੁਲ, ਤੁਸੀਂ ਗੱਲਾਂ ਕਰਦੇ ਹੋ ਇਹਨਾਂ ਨੂੰ ਅਨਪੜ੍ਹਾਂ ਵਾਲੀਆਂ। ਨਹੀਂ, ਉਹ ਚਲੋ ਤੁਹਾਡੀ ਗੱਲ ਮੈਂ ਸਮਝਦਾ, ਲੱਖ ਰੁਪਏ ਦੇ ਸਿਸਟਮ, ਉਹ ਕੋਈ ਬਹਾਦਰੀ ਵਾਲੀ ਗੱਲ ਤਾਂ ਨਹੀਂ, ਬੇਵਕੂਫੀ ਵਾਲੀ। ਮੈਂ ਇਹ ਤਾਂ ਹੈਗੀ ਤਾਂ ਬੇਵਕੂਫੀ ਹੈ। ਲੱਖ ਰੁਪਏ ਦੇ ਟਰੈਕਟਰਾਂ ਦੇ ਸਿਸਟਮ ਲਵਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ? ਉਹ ਇੱਕ ਪੈਸਾ ਵਸੂਲ ਹੀ ਖਰਾਬ ਹੀ ਕਰਦੇ ਆ, ਪੈਸਾ ਖਰਾਬ ਕਰਨ ਵਾਲਾ ਕੰਮ ਹੀ, ਪੈਸਾ ਖਰਾਬ ਕਰਨ ਵਾਲਾ ਕੰਮ। ਐਵੇਂ ਦੇਖ ਦਿਖਾਏ ਜੋ ਲੱਖ ਰੁਪਈਆ ਉਹਨੇ ਟਰੈਕਟਰ ਤੇ ਲਾਤਾ, ਮੈਂ ਲਾਤਾ, ਵਧੀਆ ਬਣਾਤਾ। ਇਹ ਕੋਈ ਵਧੀਆ ਗੱਲਾਂ ਤਾਂ ਮੈਂ ਇਹਨੂੰ ਕਹਿ ਨਹੀਂ ਰਿਹਾ। ਮੈਂ ਰੀਸੈਂਟਲੀ ਇੱਕ ਵੀਡੀਓ ਦੇਖ ਰਿਹਾ, ਸਿੰਗੂ ਬਾਰਡਰ ਤੇ ਯੋਂਗਾ ਤਿਆਰ ਕਰਾ ਕੇ ਪਹੁੰਚਿਆ 10-12 ਲੱਖ ਰੁਪਏ ਦਾ ਯੋਂਗਾ। ਨਹੀਂ, ਉਹਦਾ ਕੀ ਫਾਇਦਾ ਯਾਰ? ਮੇਰੀ ਗੱਲ ਸੁਣੋ, ਹੁਣ ਪਿੰਡਾਂ ਦੇ ਵਿੱਚ ਮਾਹੌਲ ਤਾਂ ਖਰਾਬ ਹੋਇਆ, ਲੋਕਾਂ ਦੇ ਘਰੇ ਤਾਂ ਰੋਟੀ ਖਾਣ ਨੂੰ ਨਹੀਂ ਹੈਗੀ ਯਾਰ। ਵਿੱਚ ਇੰਨੇ ਘਰ ਆ ਜਿਨ੍ਹਾਂ ਨੇ ਵਿਚਾਰਿਆਂ ਦਾ ਮਹੀਨੇ ਦਾ ਰਾਸ਼ਨ ਦਾ ਵੀ ਔਖਾ ਹੋਇਆ ਪਿਆ। ਜੀ ਬਿਲਕੁਲ। ਤੁਸੀਂ ਰਾਜੂ ਧਾਲੀਵਾਲ ਜੀ, ਉਹ 12 ਲੱਖ ਦੇਖੋ, ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਦਿਖਾਵਾ ਹੋ ਰਿਹਾ, ਅਸੀਂ ਜੀ 10 ਲੱਖ ਦਾ ਟਰੈਕਟਰ ਬਣਾ ਲਿਆ, ਅਸੀਂ 12 ਲੱਖ ਦਾ, ਤੇ ਦੂਜੇ ਪਾਸੇ ਉਹੀ ਪਿੰਡਾਂ ਦੇ ਵਿੱਚ ਕੁਝ ਘਰ ਇਦਾਂ ਦੇ ਹੁੰਦੇ ਆ ਜਿੱਥੇ ਵਿਚਾਰਿਆਂ ਦਾ ਬਹੁਤ ਹੀ ਬੁਰਾ ਹਾਲ ਆ। ਉਹਨਾਂ ਦੇ ਘਰੇ ਕੋਈ ਕੰਮ ਵਾਲਾ ਨਹੀਂ ਹੈਗਾ, ਕੰਮ ਕਰਨ ਵਾਲਾ ਨਹੀਂ ਹੈਗਾ ਘਰੇ ਕੋਈ, ਜਾਂ ਕੋਈ ਮਜਬੂਰੀ ਆ, ਪਰਿਵਾਰ ਅੱਡ ਰਹਿ ਰਿਹਾ, ਉੱਥੇ ਰਾਸ਼ਨ ਪੱਤੇ ਦਾ ਔਖਾ ਵਾ, ਉਹਨਾਂ ਦੇ ਕੋਈ ਇਨਕਮ ਦਾ ਸਾਧਨ ਨਹੀਂ ਹੈਗਾ। ਇਹ ਬੰਦੇ ਜਿਹੜੇ ਫੁਕਰੀਆਂ ਮਾਰਦੇ ਆ, ਮੈਂ ਫੁਕਰੇ ਕਹੂੰਗਾ ਇਹਨਾਂ ਨੂੰ। ਜੀ ਬਿਲਕੁਲ, ਫੁਕਰੇ ਕਹਿਣਾ ਵੀ ਚਾਹੀਦਾ, ਕਿਉਂਕਿ ਦੇਖੋ, ਜੇ ਕੋਈ ਪੈਸਾ ਲਾਉਣਾ ਨਾ ਤਾਂ ਕਿਸੇ ਦਾ ਭਲਾ ਤੇ ਲਾਓ, ਭਲਿਆ ਕਰੋ ਕਿਸੇ ਦਾ। ਜੀ ਬਿਲਕੁਲ, ਦਿਖਾਵੇ ਨੂੰ ਕੀ ਪੈਸਾ ਲਾਉਣਾ? ਫਿਰ ਉਹ ਕਰਜ਼ੇ 'ਚ ਫਾਂਸੀਆਂ ਵੀ ਲੈਂਦੇ ਆ, ਇਹਦੇ ਵਿੱਚ ਆਪਾਂ ਫਿਰ ਬਾਅਦ 'ਚ ਸਰਕਾਰ ਨੂੰ ਵੀ ਦੋਸ਼ ਦਿੰਦੇ ਆ। ਧਾਲੀਵਾਲ ਸਾਹਿਬ ਰੀਸੈਂਟਲੀ, ਲੋਕਾਂ ਦੀਆਂ ਵੀ ਗਲਤੀਆਂ ਹੁੰਦੀਆਂ ਨੇ। ਜੀ ਧਾਲੀਵਾਲ ਸਾਹਿਬ, ਰੀਸੈਂਟਲੀ ਮੇਰੀ ਇੱਕ ਕਿਸੇ ਮਿੱਤਰ ਨਾਲ ਇੱਕ ਬਹਿਸ ਹੋਈ ਸੀ, ਉਹਦੇ ਨਾਲ ਮੇਰੇ ਕੁੰਡੀ ਪੂਰੀ ਅੜਕ ਗਈ ਸੀ। ਜੀ। ਤੇ ਉਹਨਾਂ ਨੇ ਮੈਨੂੰ ਇੱਕ ਗੱਲ ਦਾ ਹਵਾਲਾ ਦੇ ਕੇ ਮੈਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਜਵਾਬ ਉਹਨਾਂ ਦੇ ਸਹੀ ਨਹੀਂ ਸੀਗੇ। ਜੀ। ਉਹ ਕੀ ਸੀਗਾ, ਮੈਨੂੰ ਉਹ ਕਹਿੰਦੇ ਵੀ 3 ਬਿੱਲ ਤੁਸੀਂ ਪੜ੍ਹੇ? ਮੈਂ ਕਿਹਾ ਨਹੀਂ ਪੜ੍ਹੇ। ਜੀ। ਫਿਰ ਉਹ ਕਹਿੰਦੇ ਹਾਊ ਕੈਨ ਯੂ ਟੂ ਸੇ ਸਮਥਿੰਗ ਅਬਾਊਟ ਦੈਟ, ਵੀ ਇਹ ਬਿੱਲ ਮਾੜੇ ਨੇ। ਮੈਂ ਕਿਹਾ ਮੈਂ ਮਾੜੇ ਤਾਂ ਕਹੀ ਨਹੀਂ। ਜੀ। ਵੀ ਮਾੜੇ ਤਾਂ ਚਲੋ ਮੈਂ ਮੰਨ ਲੈਂਦਾ ਇਹ ਮਾੜੇ ਹੈ, ਪਰ ਮਾਨਨੀय ਪ੍ਰਧਾਨ ਮੰਤਰੀ ਮੋਦੀ ਜੀ, ਮੈਂ ਉਹਨਾਂ ਦਾ ਪੱਖ ਨਹੀਂ ਲੈਂਦਾ, ਪਰ ਉਹਨਾਂ ਨੇ ਸੰਸਦ ਦੇ ਵਿੱਚ ਖੜ ਕੇ ਇਹ ਗੱਲ ਕਹੀ ਹੈ ਵੀ ਇਹ ਤੁਹਾਡੇ ਤੇ ਮੈਂਡੇਟਰੀ ਨਹੀਂ ਹੈ, ਤੁਹਾਡੇ ਥੋਪੇ ਨਹੀਂ ਹੈਗੇ, ਨਾਲ ਖੜਾਏ ਆ, ਤੁਹਾਡੀ ਇੱਛਾ ਲਓ,
ਤੁਹਾਡੀ ਝੰਨਾ ਦਿਓ। ਵੀ ਜਿਹੜੀ ਸਟੇਟ ਵਿੱਚ ਕੋਈ ਮੰਤਰੀ ਆ ਆਪਣਾ, ਹਾਂਜੀ ਹਾਂਜੀ, ਉਹ ਲੈ ਸਕਦਾ ਜਾਂ ਨਾ ਕਰ ਸਕਦਾ। ਹਾਂ ਨਹੀਂ ਨਹੀਂ, ਮੇਰੇ ਗੱਲ ਦਾ ਮਤਲਬ ਇਹ ਹੈ APMC ਮੰਡੀਆਂ ਵੀ ਬਰਾਬਰ ਹੈ, ਓਕੇ ਜੀ, ਪ੍ਰਾਈਵੇਟ ਘਰਾਣੇ ਵੀ ਬਰਾਬਰ ਨੇ। ਤਾਂ ਕਿਸਾਨ ਤੁਸੀਂ APMC ਮੰਡੀਆਂ ਦੇ ਵਿੱਚ ਫਸਲ ਵੇਚ ਲਓ। ਕਿ ਕਿਸਾਨਾਂ 'ਚ ਇੰਨਾ ਏਕਤਾ ਨਹੀਂ ਹੈਗਾ? ਜਾਂ ਤਾਂ ਏਕਤਾ ਨਹੀਂ ਹੈਗਾ ਤਾਂ ਹੀ ਅੰਦੋਲਨ ਹੋ ਰਿਹਾ, ਜਾਂ ਤਾਂ ਦੂਜੀ ਗੱਲ ਇਹ ਉਹ ਕਿਸਾਨ ਹੀ ਹੈ ਨਹੀਂ, ਉਹ ਕਾਂਗਰਸੀਆਂ ਦੇ ਵਾਰਸ ਨੇ ਤੇ ਅਕਾਲੀਆਂ ਦੇ ਵਾਰਸ ਨੇ ਜਿਹੜੇ ਉੱਥੇ ਬੈਠੇ ਸਰਹੱਦਾਂ ਤੇ ਜੀ। ਮੈਂ ਮਾੜਾ ਨਹੀਂ ਕਹਿ ਰਿਹਾ ਕਿਸੇ ਕਿਸਾਨ ਨੂੰ, ਨਾ ਪੈਰਾਸਾਈਟਸ, ਨਾ ਕੋਈ ਪਰਜੀਵੀ ਆ, ਕੋਈ ਆਤੰਕਵਾਦੀ ਆ, ਖਾਲਿਸਤਾਨੀ ਨਹੀਂ ਕਹਿੰਦਾ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹੈ, ਜੇ ਵਿਰੋਧ ਕਰਨਾ ਤਾਂ ਵਿਰੋਧ ਕਰਨ ਦੇ ਤਰੀਕੇ ਵੀ ਕਈ ਬਹੁਤ ਨੇ ਜੀ। ਤੁਸੀਂ ਜ਼ਰੂਰ ਦੱਸੋ ਫਿਰ ਕੀ ਤਰੀਕੇ ਆ ਜੀ ਵਿਰੋਧ ਕਰਨ ਦੇ, ਕਿਵੇਂ ਹੋ ਸਕਦਾ ਵਿਰੋਧ, ਕਿਵੇਂ ਹੱਲ ਹੋ ਸਕਦਾ? ਇਹ ਹੱਲ ਤਾਂ ਜੀ ਇੱਦਾਂ ਹੀ ਹੋ ਸਕਦਾ, ਆਪਣੇ ਅਗਰ ਉਹ ਕਹਿ ਰਹੇ ਤੁਸੀਂ ਇਕਜੁੱਟ ਕਰੋ, ਪਹਿਲਾਂ ਤਾਂ ਇੱਕ ਮੁੱਠੀ ਬਣ ਲਓ ਜੀ, ਵੀ ਏਕਾ ਕਰੋ ਵੀ ਪ੍ਰਾਈਵੇਟ ਘਰਾਣਿਆਂ ਨੂੰ ਆਪਾਂ ਵੇਚਣੀ ਨਹੀਂ, ਫਸਲ ਨਹੀਂ ਵੇਚਣੀ ਜੀ। ਤੁਸੀਂ APMC ਮੰਡੀਆਂ 'ਚ ਬੈਠੋ, ਜਦੋਂ ਖਤਮ ਕਰਦੇ ਆ, ਜਦੋਂ APMC ਮੰਡੀਆਂ ਤੇ ਕੋਈ ਉਂਗਲ ਉਠਾਉਂਦਾ ਸਰਕਾਰ ਵੱਲੋਂ, ਫਿਰ ਤੁਸੀਂ ਉਹਨਾਂ ਤੇ ਦਾਵਾ ਬੋਲੋ ਵੀ ਦਿੱਲੀ ਜਾ ਕੇ ਫਿਰ ਤੁਸੀਂ ਧਰਨਾ ਲਾਓ। ਬਿਲਕੁਲ। ਫਿਰ ਤੁਸੀਂ ਕੋ ਕਹਾ ਵੀ ਮੋਦੀ ਆ, ਉਹ ਤੂੰ ਕਹਿੰਦਾ ਸੀ ਨਾ ਸੰਸਦ 'ਚ ਖੜ ਕੇ ਵੀ ਤੁਹਾਡੀ APMC ਮੰਡੀਆਂ ਖਤਮ ਨਹੀਂ ਕੀਤੀਆਂ, ਅੱਜ ਦੱਸ ਕਿਹੜੀ ਜ਼ਬਾਨ ਨਾਲ ਤੂੰ ਗੱਲ ਕਹੀ ਸੀ? ਬਾਈ ਜੀ ਮੈਂ ਹੁਣ ਇੱਥੇ ਤੁਹਾਡੀ ਚਲੋ ਗੱਲ ਵੈਸੇ ਠੀਕ ਆ ਗੱਲ, ਪਰ ਮੈਂ ਇੱਥੇ ਤੁਹਾਡੀ ਗੱਲ ਦਾ ਥੋੜਾ ਜਿਹਾ ਵਿਰੋਧ ਵੀ ਕਰਦਾ ਜੀ। ਬਿਲਕੁਲ ਦੱਸੋ ਜੀ। ਤੁਸੀਂ ਕਹਿੰਦੇ ਹੋ ਵੀ ਜਦੋਂ ਬਾਅਦ 'ਚ ਜਾ ਕੇ ਮੋਦੀ ਨੂੰ ਕਿਹੋ, ਹਾਂ, ਉਦੋਂ ਦਾ ਮੋਦੀ ਮੰਨਣਾ ਨਹੀਂ। ਮੋਦੀ ਦਾ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਵੀ ਲੋਕਾਂ ਦੇ ਖਾਤੇ 'ਚ 15 ਲੱਖ ਰੁਪਈਆ ਆਊਗਾ, ਕਾਲਾ ਧਨ ਲੈ ਕੇ ਆਊਗਾ, ਨੋਟਬੰਦੀ ਕਰਤੀ ਬਿਨਾਂ ਦੱਸੇ ਤੋਂ, ਲੋਕਾਂ ਦੇ ਵਿਚਾਰਿਆਂ ਦੇ ਵਿਆਹ ਧਰੇ ਹੋਏ ਸੀ, ਲੋਕ ਫਾਹਾ ਲੈ ਕੇ ਮਰਿਆ ਉਸ ਟਾਈਮ। ਇਹਦੀ ਧੀ ਦਾ ਵਿਆਹ ਸੀ, ਪਿਓ ਦੇ ਦਲਾਂ 'ਚ ਬਰਾਤ ਆਈ ਹੋਈ ਸੀ ਵਿਚਾਰੇ ਦੇ, ਤੇ ਉਹਨੂੰ ਕੋਈ ਅਰੇਂਜਮੈਂਟ ਨਹੀਂ ਹੋਇਆ, ਉਹ ਅੰਦਰ ਹੀ ਕਈ ਵਾਰ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਕੀ ਹਾਲਾਤ ਆ, ਜਿਹੜਾ ਅਣਖੀ ਬੰਦਾ ਉਹ ਵਿਚਾਰਾ ਮਰਨ ਕਬੂਲ ਕਰਦਾ। ਫਿਰ ਇੱਦਾਂ ਦੇ ਹਾਲਾਤ ਹੋਇਆ ਮੋਦੀ ਜੀ ਉਹਨਾਂ ਬਾਰੇ। ਮੋਦੀ ਨੇ ਕੀ ਕੀਤਾ? ਮੋਦੀ ਜਿਹੜੇ 15 ਲੱਖ ਆ ਉਹ ਤਾਂ ਲੋਕਾਂ ਨੂੰ ਮੋਦੀ ਨੇ ਦਿੱਤੇ ਨਹੀਂ, ਤੇ ਮੋਦੀ ਨੇ ਕਾਨੂੰਨ ਧੱਕੇ ਨਾਲ ਠੋਕਤੇ। ਲੋਕ ਕਿਵੇਂ ਵਿਸ਼ਵਾਸ ਕਰਨ? ਮੋਦੀ ਪਹਿਲਾਂ ਵਾਲੇ ਵਾਅਦੇ ਤਾਂ ਖਰੇ ਉਤਰੇ, ਫੇਰ ਹੀ ਗੱਲਬਾਤ ਬਣਦੀ ਆ। ਇਹ ਤਾਂ ਮੋਦੀ ਉੱਪਰੋਂ ਡਿੱਗ ਪਿਆ ਫਿਰ, ਜਾਂ ਤਾਂ ਮੋਦੀ ਸਾਹਿਬ ਤੁਸੀਂ ਉੱਤੋਂ ਡਿੱਗੇ ਹੋ, ਵੋਟ ਅਸੀਂ ਪਾਈ ਨਹੀਂ, ਧੱਕੇ ਨਾਲ ਤੁਸੀਂ ਆ ਗਏ, ਜਾਂ ਤਾਂ ਇਹ ਸਵਾਲ ਹੈ। ਇਹੀ ਗੱਲ ਆ, ਇਹੀ ਗੱਲ ਹੋਈ ਆ। ਇਹ ਵੀ ਹੁਣ ਵੀ ਹੁੰਦੀ ਆ, ਆਮ ਲੋਕਾਂ ਦੀ ਵੋਟ ਕਿੱਥੇ ਪੈਂਦੀ ਆ ਤੇ ਜਾਂਦੀ ਕਿੱਧਰ ਆ, ਸਮਝਦੇ ਹੋ? ਮੈਂ ਇਹ ਗੱਲ ਸਮਝ। ਪਿੰਡਾਂ ਦੇ ਵਿੱਚ 100% ਪੁੱਛੋ ਬੰਦਿਆਂ ਨੂੰ, ਜਾ ਕੇ ਇਨਕੁਆਇਰੀ ਕਰੋ ਵੀ ਬਾਈ ਜੀ ਵੋਟ ਕਿੱਥੇ ਪਾਈ ਆ, ਉਹ ਤੁਹਾਨੂੰ ਦੱਸਣਗੇ ਵੀ ਕਿੱਥੇ ਪਾਈ ਆ। ਤੇ ਬੰਦਾ ਕਿਹੜਾ ਬਣਦਾ ਉਹਨਾਂ ਦੀ ਸਮਝ ਤੋਂ ਬਾਹਰ ਆ। ਉਹ ਫਿਰ ਆਪਸ ਵਿੱਚ ਹੀ ਵਿਚਾਰੇ ਵੈਰ ਪਾ ਲੈਂਦੇ ਆ। ਗਵਾਂਢੀ ਤੇ ਸ਼ੱਕ ਕਰਦਾ ਵੀ ਯਾਰ ਇਹਨੇ ਤਾਂ ਨਹੀਂ ਕਿਤੇ ਉੱਧਰ ਪਾਤੀ, ਉਹ ਸੋਚਦਾ ਉਹਨੇ ਤਾਂ ਨਹੀਂ ਕਿਤੇ ਉੱਧਰ ਪਾਤੀ ਜੀ। ਪਰ ਜਿਹੜਾ ਸਿਸਟਮ ਚਲਾਉਣ ਵਾਲਾ ਬੰਦਾ ਵਾ ਉਹਨੂੰ ਪਤਾ ਵੀ ਕੀ ਹੋ ਰਿਹਾ। ਇਹ ਸਾਡੇ ਵਿਚਾਰੇ ਭੋਲੇ ਭਾਲੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ। ਸਮਝਣਗੇ ਕਦੋਂ ਜੀ? ਇਹਨਾਂ ਨੂੰ ਸਮਝ ਆਉਂਦੀ ਵੀ ਨਹੀਂ। ਫਿਰ ਕੀ ਅਸੀਂ ਵਾਅਦੇ, ਕੀ ਸਰਕਾਰਾਂ 'ਤੇ ਯਕੀਨ ਕਰੀਏ ਜਿਹੜੀਆਂ ਸਰਕਾਰਾਂ ਝੂਠ ਬੋਲੀ ਜਾਂਦੀਆਂ। ਦੇਖੋ ਕਿਸੇ ਤੁਹਾਡੇ ਬਾਈ MLA ਮੰਤਰੀ ਹੁੰਦੇ ਆ ਤੁਹਾਡੇ ਏਰੀਏ ਦੇ ਵਿੱਚ, ਆਪਾਂ ਸਾਰਿਆਂ ਦੇ ਕਹਿੰਦੇ ਆ, ਸਾਡੇ ਵੀ ਆ ਤੁਹਾਡੇ ਵੀ ਆ। ਕਿਸੇ ਨੇ ਇਹ ਸਵਾਲ ਚੱਕਿਆ ਵੀ ਯਾਰ ਬਿਜਲੀ ਦੇ ਬਿੱਲ ਮਾਫ ਹੋਣੇ ਚਾਹੀਦੇ ਆ, 3 ਰੁਪਏ ਯੂਨਿਟ ਸੀ 3 ਰੁਪਏ ਪੰਜਾਬ 'ਚ ਹੋਣੀ ਚਾਹੀਦੀ ਆ, ਜਾਂ ਸਾਡੇ ਪਿੰਡ ਸਰਕਾਰੀ ਸਕੂਲ ਆ, ਉਹ ਸਕੂਲ ਦੇ ਵਿੱਚ ਵਧੀਆ ਸਿੱਖਿਆ ਪ੍ਰਦਾਨ ਹੋਣੀ ਚਾਹੀਦੀ ਆ, ਵਧੀਆ ਕਮਰੇ, ਵਧੀਆ ਮਾਸਟਰ ਭੇਜੇ ਨੂੰ, ਉੱਥੇ ਤਨਖਾਹ ਵੱਧ ਦਿਓ। ਪ੍ਰਾਈਵੇਟਾਂ 'ਚ ਆਪਾਂ ਵੀ ਲਾਉਂਦੇ ਆ, ਚਲੋ ਸਾਰੇ ਹੀ ਲਾਉਂਦੇ ਆ, ਪਰ ਸਾਡੇ ਕਿਸੇ MLA ਜਾਂ ਮੰਤਰੀ ਨੇ ਇਹ ਗੱਲ ਸੋਚੀ ਆ ਵੀ ਸਾਡੇ ਏਰੀਏ ਦੇ ਵਿੱਚ ਵਧੀਆ ਪ੍ਰਾਈਵੇਟ ਸਕੂਲ ਹੋਣ, ਵਧੀਆ ਹੋਣ, ਤੇ ਨੰਬਰ 2 ਤੇ ਹਸਪਤਾਲ ਵਧੀਆ ਹੋਣ। ਸਰਕਾਰੀ ਹਸਪਤਾਲ 'ਚ ਕੋਈ ਚੀਜ਼ ਦੀ ਲੋੜ ਆ ਉੱਥੇ ਹਾਜ਼ਰ ਹੁੰਦੀ ਆ? ਨਹੀਂ, ਇਹ 5 ਸਾਲ ਹੀ ਆਉਂਦੇ ਆ, ਲਾਰੇ ਲਾਉਂਦੇ ਆ, ਝੂਠ ਬੋਲਦੇ ਆ, ਦਿੰਦੇ ਕੁਛ ਨਹੀਂ। ਧਾਲੀਵਾਲ ਸਾਹਿਬ ਮੈਂ ਤੁਹਾਡੀ ਗੱਲ ਵਿੱਚ ਕੱਟ ਰਿਹਾ ਜੀ। ਕਿਉਂ ਨਹੀਂ ਕਰ ਸਕਦੇ? ਨਹੀਂ ਕਰਨਾ ਉਹਨਾਂ ਨੇ। ਵੋਟਾਂ 'ਚ ਖਰਚਾ ਨਹੀਂ ਹੁੰਦਾ, ਇਹ ਗੱਲ ਦਾ ਜਵਾਬ ਦਿਓ। ਪੈਸੇ ਉੱਤੋਂ ਤਾਂ ਨਹੀਂ ਨਿਕਲਦੇ, ਲੱਗਦਾ ਜੇਬ 'ਚ ਹੀ ਖਰਚਾ ਨਹੀਂ ਹੁੰਦਾ ਜੀ, ਹੁੰਦਾ ਨਾ, ਫਿਰ ਅਗਲੇ ਕਿਉਂ ਵਿਕਾਸ ਕਰਨ? ਤੁਸੀਂ ਦੱਸੋ ਇਸ ਗੱਲ ਦਾ ਜਵਾਬ। ਨਹੀਂ, ਉਹ ਖਰਚਾ ਕਰਦੇ ਕਿਉਂ ਆ ਜਦੋਂ ਅਸੀਂ ਜਿਹੜੇ ਸਾਡੇ ਭਰਾ ਵਾ ਪਿੰਡਾਂ ਦੇ। ਹੁਣ ਐਂ ਦੱਸੋ ਵੀ ਹਸਪਤਾਲ ਦੇ ਵਿੱਚ ਐਂਬੂਲੈਂਸ ਨਹੀਂ ਹੈਗੀ, ਹਰੀ ਸਿੰਘ ਨਲੂਆ ਚੌਂਕ ਰਾਏਕੋਟ ਦੇ ਵਿੱਚ ਘੱਟ ਤੋਂ ਘੱਟ 20-25 ਹਜ਼ਾਰ ਦੇ ਬੈਨਰ ਲੱਗੇ ਹੋਏ ਆ, ਖਰਚੇ ਨਹੀਂ, ਵਿਕਾਸ ਕਿੱਥੋਂ ਕਰਨਾ ਦੱਸੋ? ਖਰਚੇ ਆਪਦੇ ਇਹਨਾਂ ਨੇ ਹੈ। ਹੁਣ ਪਤਾ ਨਹੀਂ ਪੈਸਾ ਉੱਤੋਂ ਡਿੱਗ ਪੈਂਦਾ ਹੈ, ਪਤਾ ਨਹੀਂ ਕਿੱਥੋਂ ਆ ਜਾਂਦਾ। ਜਦੋਂ ਇਲੈਕਸ਼ਨ ਹੁੰਦੇ ਡੋਨੇਸ਼ਨ ਹੀ ਬੜਾ ਆਉਂਦਾ ਉਹਨਾਂ ਨੂੰ, ਕਦੇ ਫਲੈਕਸੀ, ਕਦੇ ਇੰਨਾ ਖਰਚਾ, ਦਾਰੂ ਬਣ ਰਹੀਆਂ, ਕਿਸੇ ਦੇ ਮੈਂਬਰ ਦੇ, ਕਿਸੇ ਘਰ ਦੇ ਮੈਂਬਰਾਂ 10 ਵੋਟ ਨੇ ਤੇ ਉਹਨਾਂ ਦੇ ਨਾਲ ਸਾਲ ਦੇ ਰਾਸ਼ਨ ਦਾ ਮੁਕਾ ਲਿਆ, ਬਾਕੀ ਗਰੀਬ ਤਾਂ ਮਾਰਿਆ ਗਿਆ। ਇਹ ਜਾਤੀਵਾਦ ਦੇ ਨਾਮ ਤੇ ਵੋਟ ਇਕੱਠੇ ਕਰਨੇ, ਇਹ ਸੌਖੀ ਗੱਲ ਥੋੜੀ ਹੈ। ਸਰਕਾਰਾਂ ਐਂ ਥੋੜੀ ਮੰਨਦੀਆਂ। ਬਿਲਕੁਲ। ਤੁਸੀਂ ਕਹਿੰਦੇ ਵੀ ਸੋਚਦੇ ਨਹੀਂ। ਅਰੇ ਗੱਲ ਨਹੀਂ ਸਮਝੇ ਤੁਸੀਂ। ਜੇ ਸਰਕਾਰੀ ਸਕੂਲ, ਪ੍ਰਾਈਵੇਟ ਸਕੂਲ, ਚਲੋ ਪ੍ਰਾਈਵੇਟ ਨੂੰ ਛੱਡੋ, ਸਰਕਾਰੀ ਸਕੂਲ ਦੀ ਐਜੂਕੇਸ਼ਨ ਵਧੀਆ ਹੋਗੀ ਤਾਂ ਇੰਡੀਆ ਤਰੱਕੀ ਕਰ ਜੂ, ਲੋਕ ਸਮਝਦਾਰ ਹੋ ਜਾਣਗੇ, ਜੋ ਕਿ ਚਾਹੁੰਦੇ ਨਹੀਂ ਸਮਝਦਾਰ ਹੋਣ ਸਾਡਾ ਇੰਡੀਆ। ਇਹ ਮੂਰਖੀ ਬਣਾ ਕੇ ਰਾਜੀ ਆ, ਇਹ ਤਰੱਕੀ ਭਾਲਦੇ ਨਹੀਂ। ਹਾਂਜੀ, ਇਹਨਾਂ ਨੂੰ ਐ ਵੀ ਸਾਡੀ ਜਿਵੇਂ ਕਠਪੁਤਲੀ ਨੱਚਦੀ ਆ ਉਵੇਂ ਨਚਾਈ ਚੱਲੋ।
ਬਸ ਉਹਨੇ ਆਪਾਂ ਨੱਚੀ ਨੇ ਬੰਦਰ ਵਾਂਗੂ, ਕੇਲਾ ਉੱਧਰ ਦਿਖਾਤਾ ਉੱਧਰ ਚੱਲ ਗਏ, ਕੇਲਾ ਇੱਧਰ ਦਿਖਾਤਾ ਇੱਧਰ ਚੱਲ ਗਏ ਜੀ, ਬੰਦਰ ਬਣਾ ਕੇ ਰੱਖਿਆ ਹੋਇਆ। ਬਿਲਕੁਲ ਜੀ, ਤੇ ਉਹ ਮਦਾਰੀ ਆ, ਆਪਾਂ ਨੱਚੀ ਜੰਨੇ ਉਹਦੇ ਮੂਹਰੇ ਬਸ। ਬਿਲਕੁਲ। ਫਿਰ ਕਹਿੰਦੇ ਆ, ਫਿਰ ਗੋਦੀ ਮੀਡੀਆ, ਮੋਦੀ ਮੀਡੀਆ, ਡਿਜ਼ਾਈਨਰ ਪੱਤਰਕਾਰ ਇਹ ਸਵਾਲ ਉਠਾਉਂਦੇ ਆ ਸਰਜੀਕਲ ਸਟ੍ਰਾਈਕ ਦਾ ਸਬੂਤ ਮਤਲਬ ਆਪਾਂ ਨੂੰ ਦੇਣਾ, ਮਤਲਬ ਉਹ ਮੈਨੂੰ ਜੀ ਕੀਤੀ ਹੈ ਸਰਜੀਕਲ ਸਟ੍ਰਾਈਕ ਤਾਂ ਵਾਕਈ ਪ੍ਰੂਫ ਦਿਖਾਓ ਤੁਸੀਂ। ਸਰਜੀਕਲ ਸਟ੍ਰਾਈਕ ਤੋਂ ਪਹਿਲਾਂ ਉੱਥੇ ਅਨਾਉਂਸ ਕਰ ਦਿੱਤਾ ਜਾਂਦਾ ਵੀ ਫਲਾਣਾ ਡਿਜ਼ਾਈਨ ਕੀਤਾ ਗਿਆ, ਇੱਕ ਮੂਵੀ ਬਣਾ ਲਈ ਵੀ ਉੱਧਰ ਬਾਲਾਕੋਟ ਦੇ ਵਿੱਚ ਤੁਸੀਂ ਦਿਖਣਾ ਨਹੀਂ ਹੈਗਾ, ਉਸ ਟਾਈਮ ਤੇ ਅਸੀਂ ਬੰਬਾਰੀ ਕਰਾਂਗੇ, ਬਸ ਉਸ ਤੋਂ ਬਾਅਦ ਇੰਡੀਆ ਧੰਨ ਹੋ ਜੂਗੀ। ਜੇ ਤੁਸੀਂ ਇੱਦਾਂ ਹੀ ਤੁਹਾਡਾ ਛੱਪਣ ਇੰਦਾ ਸੀਨਾ ਸੀ ਨਾ, ਤਾਂ ਜਿਹੜਾ 14 ਫੈਬਰਵਰੀ 2019 ਦੇ ਵਿੱਚ ਇਹ ਪਠਾਨਕੋਟ ਦੇ ਵਿੱਚ ਉਹ ਹੋਇਆ ਸੀਗਾ, ਇਹ ਜਦੋਂ RDX ਸਿੱਟਿਆ ਗਿਆ ਸੀ ਜਵਾਨਾਂ ਤੇ ਜੀ, 19 ਦੀ ਗੱਲ ਹੀ ਹੈ ਨਾ, ਇਹ ਕਿ 18 ਦੀ ਹੈ? 18 ਦੀ ਗੱਲ ਹੈ। ਉਹ ਤੁਹਾਨੂੰ ਇਹ ਨਹੀਂ ਪਤਾ ਲੱਗਾ RDX ਆਇਆ ਕਿੱਥੋਂ, ਪੰਜਾਬ 'ਚ ਹੋ ਕੇ ਨਿਕਲ ਕੇ ਗਿਆ, ਹਰਿਆਣਾ 'ਚ ਹੋ ਕੇ ਨਿਕਲ ਗਿਆ, ਉਹਨਾਂ ਨੇ ਕੋਈ ਗੱਲ ਨਹੀਂ ਦੇਖੀ। ਮਿਲੀ ਮੁੜੀ ਭਗਤ ਨਹੀਂ, ਮਿਲੀ ਭਗਤ ਹੀ ਹੁੰਦੀ ਹੈ ਜੀ, ਇਹ ਸਰਕਾਰਾਂ ਹੀ ਪਟਵਾਉਂਦੀਆਂ ਨੇ। ਬਿਲਕੁਲ ਬਿਲਕੁਲ। ਇਹ ਜਿਹੜਾ ਕਪਲਾ ਹੁੰਦਾ ਹੈਗਾ ਇਹ ਸੈਂਟਰ ਤੋਂ ਦਿੱਲੀ ਦੇ ਦਰਬਾਰਾਂ ਤੋਂ ਹੀ ਹੁੰਦਾ, ਅਦਰਵਾਈਜ਼ ਕਿਸੇ ਦੀ ਮਜਾਲ ਨਹੀਂ ਕੋਈ ਕਿਸੇ ਦੇ ਮਾਮਲੇ 'ਚ ਬੋਲ ਜੇ ਜੀ। ਅਮਿਤ ਸ਼ਾਹ ਜੇਲ੍ਹ 'ਚ ਚੱਕੀਆਂ ਬਿਸਦਾ ਜਾਂ ਦੇਸ਼ ਚਲਾਈ ਜਾਂਦਾ ਜੀ, ਬੋਲੋ। ਉਹ ਕਹਿੰਦੇ ਆ ਵੀ ਇਹ ਗੈਂਗਸਟਰ ਤਾਂ ਤੁਸੀਂ ਦੇਖ ਲਓ, ਤੁਸੀਂ ਦੁੱਧ ਧੋਤੇ ਹੋ, ਤੁਸੀਂ ਸ਼੍ਰੀ ਰਾਮ ਚੰਦਰ ਜੀ ਹੋ। ਬਿਲਕੁਲ ਬਿਲਕੁਲ। ਸੋ ਮੰਤਰੀ ਕਹਿ ਤਾਂ ਦਿੰਦੇ ਆ ਵੀ ਆਹ ਕਾਨੂੰਨ ਲਾਗੂ ਕਰ ਦਿਓ, ਕਾਨੂੰਨ ਲਾਗੂ ਕਰ ਦਿਓ, ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਗਰੀਬ ਆਦਮੀ ਆ ਉਹਨਾਂ ਦਾ ਵੀ ਕੁਝ ਲਾਗੂ ਕਰੋ। ਨਾ ਤਾਂ ਉਹਨਾਂ ਨੂੰ ਇਹ ਪੈਨਸ਼ਨਾਂ ਦਿੰਦੇ ਆ ਜੀ, ਪੈਨਸ਼ਨ ਵੀ 3-3 ਮਹੀਨੇ ਬਾਅਦ ਕਿਤੇ 400-500 ਰੁਪਏ 700 ਰੁਪਏ ਆ ਜਾਂਦੀ ਹੈ। ਸਰ ਰਾਜੂ ਜੀ ਇੱਕ ਗੱਲ ਨਹੀਂ ਸਮਝ ਆਈ ਮੈਨੂੰ, ਇਹ ਗੱਲ ਨਹੀਂ ਸਮਝ ਆ ਰਹੀ ਵੀ ਇੰਡੀਆ ਦੇ ਲੋਕ ਹੀ ਗਰੀਬ ਕਿਉਂ ਹੈ। ਇਹ ਮਾਈਂਡਸੈਟ ਹੈ ਇਹਨਾਂ ਦਾ, ਕੁਛ ਤਾਂ ਸਰਕਾਰਾਂ ਦੀ ਗਲਤੀ, ਕੁਛ ਉਹਨਾਂ ਦੇ ਪੈਰਾਲਾਈਜ਼ ਦਿਮਾਗ ਬੰਦਿਆਂ ਦੇ, ਉਹ ਆਪਣੀ ਸੋਚ ਕਰਕੇ ਪੈਰਾਲਾਈਜ਼ ਤੇ ਗਰੀਬ ਨੇ ਜੀ ਕੁਛ ਕਰ। ਮੇਰੀ ਗੱਲ ਸੁਣੋ, ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ, ਜੇ ਗਰੀਬ ਨੂੰ ਤੁਸੀਂ ਕੁਝ ਕਦੇ ਵੀ ਨੋਟਿਸ ਕਰ ਲਿਓ ਉਹਨੇ ਪੁੱਠੀ ਚੱਲਣਾ। ਤੁਸੀਂ ਸਹੂਲਤਾਂ ਦੇ ਵੀ ਦਿੱਤੀਆਂ, ਮੈਂ ਮੰਨਦਾ ਸਾਰਾ ਕੁਝ ਹੁੰਦਾ ਹੈਗਾ, ਮੈਂ ਉਹਨਾਂ ਤੋਂ ਕਦੇ ਹੇਟ ਨਹੀਂ ਕਰਦਾ, ਗਰੀਬ ਹੈ ਆਪਣੀ ਮਾਨਸਿਕਤਾ ਦੇ ਦੌਰਾਨ। ਸ਼ਾਮ ਨੂੰ ਦਾਰੂ ਚਾਹੀਦੀ, ਦਿਹਾੜੀ ਉੱਤੇ 350 ਰੁਪਏ ਲੈਂਦਾ। ਨਹੀਂ ਦੇਖੋ, ਚਲੋ ਬੰਦਿਆਂ ਦੀ ਗੱਲ ਮੈਂ ਲਾਉਣਾ, ਜਿਹੜੀਆਂ ਬੁੜੀਆਂ ਵਿਚਾਰੀਆਂ ਮਾਂ ਘਰੇ, ਉਹਨਾਂ ਨੂੰ ਤਾਂ ਨਹੀਂ ਦਾਰੂ ਦੂਰੂ ਚਾਹੀਦੀ, ਉਹ ਤਾਂ ਆਪਦਾ ਸਹੀ ਸਿਸਟਮ ਦੇਖਦੀਆਂ, ਉਹਨਾਂ ਦਾ ਰਸ਼ ਨਹੀਂ ਚਾਹੀਦਾ। ਜ਼ਰੂਰੀ ਤਾਂ ਨਹੀਂ ਵੀ ਬੰਦੇ ਨੂੰ ਜਾ ਕੇ ਬੋਤਲ ਦੇਣੀ ਆ, ਘਰ ਤਾਂ ਘਰ ਹੀ ਆ ਨਾ, ਘਰ ਦੇ ਵਿੱਚ 10 ਜੀ ਆ, ਉੱਥੇ ਬੁੜੀਆਂ ਵੀ ਆ ਕੁੜੀਆਂ ਵੀ ਆ। ਜਦੋਂ ਕੋਈ ਸਾਡਾ ਲੀਡਰ ਜਾਂ ਕੋਈ ਵੀ ਆਉਂਦਾ ਉਹ ਘਰੇ ਵੀ ਚੀਜ਼ ਦੇ ਸਕਦਾ ਅਗਲੇ ਦੇ। ਸਾਰੀ ਜ਼ਿੰਮੇਵਾਰੀ ਲੀਡਰਾਂ ਦੀ ਹੁੰਦੀ ਹੈ। ਨਹੀਂ ਹੁਣ ਲੀਡਰ ਬਣਾਉਂਦੇ ਕਾਹਦੇ ਖਾਤਰ ਆ ਜੀ, ਲੋਕ ਚੁਣਦੇ ਕਾਹਦੇ ਖਾਤਰ ਆ ਲੀਡਰਾਂ ਨੂੰ? ਤਨਖਾਹਾਂ ਤਾਂ ਲੈ ਲੈਂਦੇ ਆ ਲੀਡਰ, ਪੈਨਸ਼ਨਾਂ ਲੈ ਲੈਂਦੇ ਆ, ਹਾਂ, ਤੇ ਦੇਸ਼ ਦਾ ਭਲਾ ਕੌਣ ਕਰੂਗਾ? ਲੋਕਾਂ ਦੇ ਬਾਰੇ ਸੋਚੂਗਾ ਕੌਣ? ਤੇ ਲੋਕਾਂ ਦਾ ਕੀ ਕੰਮ ਹੈ ਫਿਰ? ਰੋਟੀ ਖਾਈ ਜਾਣਾ, ਬਸ ਘਰੇ ਬਹਿ ਜਾਓ। ਨਹੀਂ, ਲੋਕ ਤਾਂ ਆਪਦਾ ਆਪਦੇ ਜੋਗਾ ਤਾਂ ਲੋਕ ਕਰ ਰਹੇ ਆ। ਕੀ ਕੰਮ ਹੈ ਫਿਰ? ਮੈਨੂੰ ਲੋਕਾਂ ਦਾ ਕੰਮ ਦੱਸੋ ਨਾ ਜੀ, ਗਰੀਬ ਲੋਕ ਕਿਹੜੇ ਲੋਕ, ਉਹਨਾਂ ਦਾ ਕੰਮ ਦੱਸੋ ਮੈਨੂੰ। ਲੋਕਾਂ ਦਾ ਕੰਮ ਹੀ ਨਹੀਂ ਮਿਲ ਰਿਹਾ, ਲੋਕਾਂ ਨੂੰ ਨੌਕਰੀਆਂ ਖਤਮ ਆ ਪੰਜਾਬ ਦੇ ਵਿੱਚ। ਕੋਈ ਵਿਚਾਰੇ ਕੋਈ ਦਿਹਾੜੀਆਂ ਕਰਦੇ ਜਾਂ ਕਿਤੇ ਜਾਂਦੇ ਆ, ਉਹ ਆਪਦੀ ਹੋਈ ਉਹਨਾਂ ਦੀ ਬਸ ਪ੍ਰਾਈਵੇਟ ਕੰਮ ਆ ਉਹਨਾਂ ਦੇ। ਸਰਕਾਰ ਕੀ ਕਰ ਰਹੀ ਆ? ਸਵਾਲ ਮੇਰਾ ਇੱਥੇ ਆ ਵੀ ਜਿਹੜੇ ਸਾਡੇ ਮੰਤਰੀ MLA ਆ, ਜਿਨ੍ਹਾਂ ਨੂੰ ਲੱਖ ਰੁਪਈਆ ਮਹੀਨੇ ਦਾ ਤਨਖਾਹਾਂ ਆਉਂਦੀਆਂ, ਭੱਤੇ ਲਹਿਦਾ ਮਿਲਦੇ ਆ, ਉਹ ਕੀ ਕਰ ਰਹੇ ਆ ਜਨਤਾ ਲਈ? ਉਹ ਜ਼ਰੂਰੀ ਆ ਵੀ ਇੱਕ ਵਾਰੀ ਬਣ ਗਏ ਝੂਠ ਬੋਲ ਕੇ ਉਹ ਤੋਂ ਬਾਅਦ ਹਰ ਵਾਰੀ ਆ ਰਿਹਾ ਸਰ? ਇਹ ਤਾਂ ਹਰ ਵਾਰੀ ਹੋ ਰਿਹਾ, ਝੂਠ ਬੋਲ ਕੇ ਹਰ ਇੱਕ ਵਾਰੀ। ਇਹ ਸਿਸਟਮ ਕਿਵੇਂ ਚੇਂਜ ਹੋਊਗਾ ਜੀ? ਇਹ ਸਿਸਟਮ ਹੋ ਹੀ ਨਹੀਂ ਸਕਦਾ ਚੇਂਜ, ਇੰਡੀਆ 'ਚ ਨਹੀਂ ਹੋ ਸਕਦਾ। ਨਹੀਂ ਹੋ ਸਕਦਾ ਸਿਸਟਮ ਚੇਂਜ। ਹੋ ਜਾਂਦਾ ਜੇ ਲੋਕ ਸਿਆਣੇ ਹੋ ਜਾਂਦੇ ਤਾਂ। ਪਰ ਕੁਛ ਉਹਨਾਂ ਲੋਕਾਂ ਨੂੰ ਵੀ ਸਾਡੀ ਬੇਨਤੀ ਹੈ ਜਿਹੜੇ ਪਿੰਡਾਂ ਦੇ ਵਿੱਚ ਕੁਛ ਜਿਨ੍ਹਾਂ ਦਾ ਕੰਮਕਾਰ ਸੈੱਟ ਆ, ਆਪਦੇ ਮਾੜੀ ਮੋਟੀ ਯਾਰ ਥੱਲੇ ਨਿਗਾਹ ਮਾਰ ਲਿਆ ਕਰੋ। ਤੁਸੀਂ ਇਹ ਨਾ ਸੋਚਿਆ ਕਰੋ ਸਾਡੇ ਕੋਲੇ ਹੈਗੇ ਆ, ਸਾਡਾ ਤਾਂ ਚੱਲੀ ਜਾਣਾ। ਉਹ ਪਿੰਡਾਂ ਦੇ ਵਿੱਚ ਹੋਰ ਵੀ ਘਰ ਆ ਤੁਹਾਡੇ ਵਿਚਾਰੇ, ਉਹਨਾਂ ਬਾਰੇ ਵੀ ਸੋਚਿਆ ਕਰੋ ਯਾਰ, ਜਿਨ੍ਹਾਂ ਦਾ ਕੰਮਕਾਰ ਨਹੀਂ ਸੈੱਟ। ਜੇ ਤੁਹਾਨੂੰ ਬਾਹਲਾ ਨਾ ਤੁਹਾਡੇ ਕੋਲ ਪੈਸਾ ਹੁੰਦਾ ਵਾ ਅਡਾਉਣ ਨੂੰ, ਕਿਤੇ ਮੈਂ ਦੇਖਿਆ ਮਸਤੀ ਮਾਰਨ ਨੂੰ, ਆਪਾਂ ਅਕਸਰ ਦੇਖਦੇ ਹਾਂ ਤਕੜੇ ਮੁੰਡੇ ਫਨ ਕਰਦੇ ਆ, ਬਹੁਤ ਜ਼ਿਆਦਾ, ਬਹੁਤ ਤਰੀਕਿਆਂ ਨਾਲ ਕਰਦੇ ਆ। ਐਵੇਂ ਕਿਸੇ ਦੇ ਲਟਾਈ ਜਾਣਗੇ ਪੈਸੇ ਹੈ ਨਾ। ਉਹ ਤੁਹਾਡੇ ਯਾਰ ਪਿੰਡ ਦੇ ਵਿੱਚ ਤੁਹਾਨੂੰ ਸ਼ਰਮ ਨਹੀਂ ਆਉਂਦੀ? ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਵਿਚਾਰੇ ਡਾਊਨ ਆ, ਘਰ ਕਿੰਨੇ ਕੁ ਹੁੰਦੇ ਆ? 20-25 ਘਰ ਹੁੰਦੇ ਆ ਯਾਰ, ਉਹਨਾਂ ਦਾ ਹੀ ਕੁਛ ਭਲਾ ਕਰ ਦਿਓ। ਕਾਹਦੀ ਤੁਹਾਡੀ ਜਵਾਨੀ ਆ? ਕੀ ਤੁਹਾਡਾ ਵਾ ਪੰਜਾਬ ਨੂੰ ਦੇਣ ਕੀ ਆ ਤੁਹਾਡੀ? ਉਹਨਾਂ ਬਾਰੇ ਵੀ ਕੁਛ ਸੋਚੋ, ਉਹਨਾਂ ਦਾ ਕੋਈ ਭਲਾ ਹੀ ਕਰ ਦਿਆ ਕਰੋ ਯਾਰ। ਕਿੰਨੇ ਪਿੰਡ ਆਉਂਦੇ ਆ ਆਪਣੇ ਪੰਜਾਬ ਦੇ ਵਿੱਚ? ਇੱਕ ਪਿੰਡ ਦੇ ਵਿੱਚ ਅਮੀਰ ਕਿੰਨੇ ਬੰਦੇ ਹੁੰਦੇ ਆ? ਉੱਥੋਂ ਬਾਹਰੋਂ ਟੌਰਾਂ ਬਣਾਉਂਦੇ ਆ ਜਿਹੜੇ ਬੰਦੇ। ਕੁਛ ਸਾਡੇ NRI ਭਰਾ ਬਹੁਤ ਵਧੀਆ ਵਾ, ਉਹਨਾਂ ਨੂੰ ਦਿਲੋਂ ਸਲੂਟ ਆ, ਜਿਹੜੇ ਸੋਚਦੇ ਆਪਦੀ ਦੇਸ਼ ਬਾਰੇ, ਆਪਦੇ ਪਿੰਡ ਬਾਰੇ, ਆਪਦੀ ਮਾਤ ਭੂਮੀ ਬਾਰੇ। ਕੁਛ ਇੱਦਾਂ ਦੇ ਵੀ ਆ ਜਿਹੜੇ ਸਿਰਫ ਦਿਖਾਵਾ ਹੀ ਕਰਦੇ ਆ। ਉਹ ਜਿਹੜੇ ਕਰਦੇ ਆ ਉਹਨਾਂ ਦੇ ਦਿਲ 'ਤੇ ਜ਼ਰੂਰ ਪੱਥਰਾਂ ਵਾਂਗੂ ਗੱਲ ਲੱਗੂ ਮੇਰੀ। ਸਰ ਉਹੀ ਤਾਂ ਕਹਿੰਦਾ ਸਰ, ਆਪਾਂ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਤੁਹਾਡੇ ਪਿੰਡ ਦੇ ਵਿੱਚ ਯਾਰ ਕਿਹੋ ਜਿਹੇ ਹਾਲਾਤ ਆ, ਉਹਨਾਂ ਦੀ ਮਦਦ ਹੀ ਕਰ ਦਿਓ। ਉਹ ਤਾਂ ਬਥੇਰੇ ਤੁਸੀਂ ਬਾਹਰੋਂ ਚੜ੍ਹਾਈ ਕਰਨ ਨੂੰ, ਫੋਟੋਆਂ ਲਾਉਣ ਨੂੰ ਪੈਸੇ ਭੇਜ ਦਿੰਦੇ ਹੋ, ਉਹਨਾਂ ਦੇ ਵੀ ਸੋਚ ਲਓ ਕੁਛ।
ਪਿੰਡਾਂ ਦੇ ਵਿੱਚ ਅਜੇ ਵੀ ਉਹੋ ਜਿਹੇ ਹਾਲਾਤ ਆ। ਆਪਦੇ ਪਿੰਡ 'ਚ ਗੇੜਾ ਜ਼ਰੂਰ ਦਿਆ ਕਰੋ। ਸਰਪੰਚੋ ਪੰਚੋ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ, ਚੌਧਰਾਂ ਲਈ ਨਾ ਜੇ ਚੀਜ਼ਾਂ ਕਰਿਆ ਕਰੋ, ਕਿਸੇ ਦਾ ਭਲਾ ਵੀ ਕਰ ਦਿਆ ਕਰੋ। 5-5 ਸਾਲ ਲਈ ਤੁਸੀਂ ਬਣਨਾ ਵਾ, ਤੁਹਾਨੂੰ ਤਾਂ ਹੀ ਕੋਈ ਯਾਦ ਕਰੂ ਜੇ ਚੰਗਾ ਕੰਮ ਕਰੋਗੇ। ਸੋ ਕਾਲ ਜੀ ਆਪਾਂ ਉਸ ਵਿਸ਼ੇ 'ਤੇ ਆ ਜਾਵਾਂਗੇ, ਕਿਉਂਕਿ ਮੇਰੇ ਦਿਲ ਦੇ ਵਿੱਚ ਵੀ ਇੱਕ ਬਹੁਤ ਜਨੂਨ ਆ। ਜਿਹੜਾ ਬੰਦਾ ਗਲਤ ਆ ਉਹਨੂੰ ਆਪਣਾ ਇੱਕ ਪੰਜਾਬੀ ਭਰਾ ਹੋਣ 'ਤੇ ਆਪਣਾ ਫਰਜ਼ ਬਣਦਾ ਕਹਿਣ ਦਾ। ਸਰ ਜੇ ਇਹ ਸਵਾਲ ਮੈਂ ਤੁਹਾਡੇ ਤੋਂ ਪੁੱਛਾਂ ਵੀ ਇਹ ਕਿਵੇਂ ਚੇਂਜ ਹੋਊਗਾ, ਤੁਹਾਡਾ ਆਨਸਰ ਕੀ ਹੋਊਗਾ? ਚੇਂਜ ਇਹੀ ਹੋਊਗਾ ਜੀ, ਮੇਰਾ ਤਾਂ ਬਹੁਤ ਸਿੰਪਲ ਜਿਹਾ ਆਨਸਰ ਆ। ਜਿੰਨੇ ਸਾਡੇ MLA ਮੰਤਰੀ ਬਣੇ ਆ, ਜਿਹੜੀਆਂ ਉਹਨਾਂ ਦੀਆਂ ਪੈਨਸ਼ਨਾਂ ਤਨਖਾਹਾਂ ਜੋ ਵੀ ਸਰਕਾਰ ਦਿੰਦੀ ਆ, ਚਲੋ ਮੈਂ ਮੰਨਦਾ 5 ਸਾਲ ਹੀ ਉਹ ਬਣੇ ਆ, 5 ਸਾਲ ਹੀ ਜੋ ਉਹਨਾਂ ਨੂੰ ਅਲਾਉਡ ਹੁੰਦਾ ਉਹ ਦੇ ਦਿਓ। ਸਾਰੀ ਜ਼ਿੰਦਗੀ ਦੀ ਉਹਨਾਂ ਦੀ ਪੈਨਸ਼ਨ ਦਾ ਕੋਈ ਅਧਿਕਾਰ ਨਹੀਂ ਹੈਗਾ ਦੇਣ ਦਾ। ਉਹਨਾਂ ਦੇ ਜਿਹੜੇ ਖਰਚੇ ਆ ਉਹ ਬੰਦ ਕਰਕੇ ਪਿੰਡਾਂ ਦੀਆਂ ਸਹੂਲਤਾਂ ਲਾਓ, ਪੜ੍ਹਾਓ ਜਵਾਕਾਂ ਨੂੰ ਵਧੀਆ, ਸਰਕਾਰੀ ਸਕੂਲ 'ਚ ਭੇਜੋ, ਸਰਕਾਰੀ ਹਸਪਤਾਲਾਂ ਨੂੰ ਭਰੋ, ਉਹਨਾਂ ਦੇ ਵਿੱਚ ਜਿਹੜੀ ਚੀਜ਼ ਦੀ ਸਹੂਲਤ ਆ ਉੱਥੇ ਦਿਓ। ਜਿਹੜੀ ਆਪਾਂ ਫਾਲਤੂ ਨਹੀਂ ਪੈਨਸ਼ਨਾਂ, ਇੱਕ ਘਰ 'ਚ 5-5 MLA ਬਣੇ ਆ, 5 ਨੂੰ ਪੈਨਸ਼ਨਾਂ ਦੇਈ ਜਾਓ। 10 ਇੱਥੇ MPਆਂ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ। ਇੱਕ ਵਾਰੀ MLA ਬਣਦਾ ਇੱਕ ਪੈਨਸ਼ਨ, 2 ਵਾਰੀ ਬਣਦਾ 2। ਉਹਨਾਂ ਦੇ ਜੇ ਘਰੇ 2-3 ਬੰਦੇ ਆ, ਹੁਣ ਆਪਾਂ ਦੇਖੀ ਆ ਜਿਹੜੇ ਸਾਡੇ ਲੀਡਰ ਆ, ਕਿਸੇ ਦੇ ਘਰੇ 2 ਮੰਤਰੀ ਆ, ਕਿਸੇ ਦੇ ਘਰੇ 3 ਮੰਤਰੀ ਆ। ਖਜ਼ਾਨਾ ਲੁੱਟ ਕੇ ਸਿਉਂ ਵਾਂਗੂ ਉਹੀ ਖਾਈ ਜਾਂਦੇ ਆ। ਉਹਨਾਂ ਦੀਆਂ ਸਹੂਲਤਾਂ ਬੰਦ ਕਰੋ ਜੀ। ਜਿਹੜੇ ਉਹਨਾਂ ਨੂੰ ਪੈਨਸ਼ਨਾਂ ਆਉਂਦੀਆਂ, ਠੀਕ ਆ, ਜਿੰਨਾ ਟਾਈਮ ਉਹਨਾਂ ਦੀ ਕੋਈ ਔਨ ਡਿਊਟੀ ਆ ਉਹਨਾਂ ਨੂੰ ਚਲੋ ਸਰਕਾਰ ਬਣੀ ਉਹ ਬਣਦਾ, ਜੋ ਸਹੂਲਤਾਂ ਉਹ ਦਿਓ। ਹੁਣ ਸਾਡੇ ਮੰਤਰੀ ਕੀ ਕਰਦੇ ਆ, 2.5 ਲੱਖ ਦਾ ਇਲਾਜ ਕਰਾ ਲਿਆ ਜੀ ਬਾਹਰ ਜਾ ਕੇ। ਇੱਥੇ ਤਾਂ ਹੋਣਾ ਨਹੀਂ ਸੀ ਇੰਡੀਆ ਦਾ, ਇੰਡੀਆ 'ਚ ਤਾਂ ਕੋਈ ਹਸਪਤਾਲ ਹੀ ਨਹੀਂ ਹੈਗਾ। ਉਹ ਜੇ ਇਹੀ 2.5 ਲੱਖ ਸਾਡੇ ਸਰਕਾਰੀ ਹਸਪਤਾਲਾਂ ਨੂੰ ਦਿੱਤਾ ਹੁੰਦਾ, ਉੱਥੇ ਕੁਛ ਨਾ ਕੁਛ ਤਾਂ ਆਉਂਦਾ, ਉੱਥੇ ਸਹੂਲਤਾਂ ਲਾ ਲਓ ਯਾਰ। ਉੱਥੇ ਕੀ ਨਹੀਂ ਹੁੰਦਾ, ਡਾਕਟਰ ਨਹੀਂ ਹੈਗੇ ਸਾਡੇ, ਬਿਲਕੁਲ ਸਾਡੇ ਸਾਰਾ ਕੁਛ ਆ। ਮਾਸਟਰ ਨਹੀਂ ਹੈਗੇ ਸਾਡੇ ਵਧੀਆ, ਸਾਡੇ ਡਾਕਟਰ ਨਹੀਂ ਹੈਗੇ। ਇੱਕ ਤੋਂ ਇੱਕ ਇੰਡੀਆ ਦੇ ਵਿੱਚ ਬੰਦਾ ਟੋਪਰ ਆ, ਪਰ ਜੇ ਕੋਈ ਇਮਾਨਦਾਰ ਅਫਸਰ ਆ, ਸਾਡੇ ਪੁਲਿਸ ਮੁਲਾਜ਼ਮ ਬਹੁਤ ਵਧੀਆ ਵਾ ਵਿੱਚ। ਇੱਦਾਂ ਦੇ ਇਮਾਨਦਾਰ ਪੁਲਿਸ ਅਫਸਰਾਂ ਨਾਲ ਸਾਡੀ ਕਈ ਵਾਰ ਮੁਲਾਕਾਤ ਹੁੰਦੀ ਆ, ਜਿਹੜੇ ਆ ਲੀਡਰਾਂ ਦੇ ਕਰਕੇ ਆਪਣੀ ਗੱਲ ਨੂੰ ਵਿੱਚ ਵਿਚਾਲੇ ਦੱਬ ਲੈਂਦੇ ਆ ਵਿਚਾਰੇ, ਕਿਉਂਕਿ ਦਬਾਅ ਆ ਜਾਂਦਾ ਉੱਪਰੋਂ। ਕਾਨੂੰਨ ਵਧੀਆ, ਪਰ ਜਿਹੜੇ ਕਾਨੂੰਨ ਦੇ ਵਿੱਚ ਬੜੇ ਹੋਏ ਬੰਦੇ ਆ ਚਲਾਉਣ ਵਾਲੇ, ਉਹਨਾਂ ਨੂੰ ਉਹ ਮਾੜੇ ਆ। ਉਹਨਾਂ ਦੀਆਂ ਕਰੋ ਪੈਨਸ਼ਨਾਂ ਬੰਦ ਜੀ। ਸੀਗਾ ਜਿੰਨਾ ਇੱਕ ਕੋਈ ਔਨ ਡਿਊਟੀ ਆ, ਮੰਨ ਲਓ ਕੋਈ MLA ਬਣ ਗਿਆ, ਮੰਤਰੀ ਬਣ ਗਿਆ, ਉਹਨੂੰ ਜੇ ਸਰਕਾਰ ਦਾ ਭੱਤਾ ਵਾ ਉਹਨੂੰ ਦਿਓ। ਉਦੋਂ ਬਾਅਦ ਉਹਦਾ ਕੀ ਕੰਮ ਆ ਵੀ ਉਹ ਕੋਈ ਸਰਕਾਰੀ ਡਿਊਟੀ ਆ ਹੈ। ਜਿਹੜੀਆਂ ਫੌਜੀ ਸਾਡੇ ਸਰਹੰਦਾਂ 'ਤੇ ਬੈਠੇ ਆ, ਸਾਡੇ ਲਈ ਜਾਨ ਵਾਰਦੇ ਆ, ਉਹਨਾਂ ਨੂੰ ਤਾਂ ਅਸੀਂ ਕੁਛ ਦਿੰਦੇ ਨਹੀਂ ਹੈਗੇ। ਸਾਡੀਆਂ ਸਰਕਾਰਾਂ ਉਹਨਾਂ ਲਈ ਕੀ ਕਰਦੀਆਂ? ਕੁਛ ਨਹੀਂ। ਮੂਹਰੇ ਹੋ ਕੇ ਗੋਲੀਆਂ ਵਿਚਾਰੇ ਉਹ ਖਾਂਦੇ ਆ, ਇਹ ਲੀਡਰ ਸਾਡੇ ਕੀ ਕਰਦੇ ਆ? ਇਹਨਾਂ ਦੀਆਂ ਦੇਖੋ ਬਿਨਾਂ ਗੱਲ ਤੋਂ ਪੈਨਸ਼ਨਾਂ ਲਾਈਆਂ ਹੁੰਦੀਆਂ, 2 ਕਿਸੇ ਦੀਆਂ 3, ਸਾਰੀ ਉਮਰ ਹੀ ਠੇਕਾ ਲਿਆ ਹੋਇਆ। ਇਹਨਾਂ ਦੀਆਂ ਕਰੋ ਬੰਦ ਪੈਨਸ਼ਨਾਂ। ਜਿਹੜੀ ਇਹਨਾਂ ਦਾ ਖਰਚਾ ਨਾ ਜੋ ਵੀ ਹੈ ਇਹਨਾਂ ਦਾ ਕਰੋ ਬੰਦ। ਜਿੰਨਾ ਟਾਈਮ ਇਹ ਬਣਦੇ ਆ ਚਲੋ ਠੀਕ ਆ, ਉਦੋਂ ਬਾਅਦ ਇਹਨਾਂ ਨੂੰ ਕੋਈ ਪੈਨਸ਼ਨ ਨਹੀਂ ਮਿਲਣੀ ਚਾਹੀਦੀ। ਜਿਹੜੇ ਇਹਨਾਂ ਦਾ ਫੰਡ ਆ ਉਹ ਸਰਕਾਰ ਦੇ ਰਹੀ ਆ, ਇਹਨਾਂ ਨੂੰ ਸਾਰੇ ਕਲੋਜ਼ ਕਰਕੇ ਇੱਕ ਫੰਡ ਬਣਨਾ ਚਾਹੀਦਾ। ਉਹ ਫੰਡ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿਹੜਾ ਕੋਈ ਸਰਕਾਰੀ ਹਸਪਤਾਲ ਆ, ਸਰਕਾਰੀ ਸਕੂਲ ਆ, ਜਾਂ ਕੋਈ ਤੁਹਾਨੂੰ ਦਿਖ ਰਿਹਾ ਜਿੱਥੋਂ ਸਾਨੂੰ ਨੌਲੇਜ ਆਵੇ, ਸਿੱਖਿਆ ਜਿੱਥੋਂ ਪ੍ਰਦਾਨ ਹੋਵੇ, ਬੱਚੇ ਸਾਡੇ ਵਧੀਆ ਬਣਨ, ਪੜ੍ਹ ਸੁਣ ਕੇ ਦੇਸ਼ ਤਰੱਕੀ ਕਰੇ, ਉੱਥੇ ਵਿਕਾਸ 'ਤੇ ਪੈਸਾ ਲਾਓ। ਅਤੇ ਜੇ ਕੋਈ ਗਰੀਬ ਭਰਾ ਡਾਊਨ ਆ, ਉਹਨਾਂ ਨੂੰ ਜੇ ਸਿੱਧਾ ਨਹੀਂ ਦੇਣਾ, ਉਹਨਾਂ ਦੇ ਅਕਾਊਂਟ 'ਚ ਪਾਓ, ਬੈਂਕ ਅਕਾਊਂਟ 'ਚ ਪਾਓ, ਤਾਂ ਦੇਸ਼ ਤਰੱਕੀ 'ਚ ਹੋਊਗਾ। ਨਹੀਂ ਇਹਨਾਂ ਨੇ ਜਿਹੜੇ ਆ 50-60 ਸਾਡੇ ਲੀਡਰ ਬਣਾਏ ਹੁੰਦੇ, ਇਹਨਾਂ ਨੇ ਖਾਈ ਜਾਣਾ ਪੈਸਾ ਸਿਉਂ ਵਾਂਗੂ, ਕਿਸੇ ਦਾ ਕੋਈ ਫਾਇਦਾ ਨਹੀਂ ਹੋਣਾ। ਸਮਝਦੇ ਹੋ ਮੇਰੀ ਗੱਲ ਜੀ? ਜੇ ਸਿਸਟਮ ਚੇਂਜ ਹੋਣਾ ਤਾਂ ਇਹਨਾਂ ਦੀਆਂ ਪੈਨਸ਼ਨਾਂ ਬੰਦ ਕਰਾਉਣੀਆਂ ਪੈਣੀਆਂ। ਲੋਕਾਂ ਨੂੰ ਇੱਕ ਹੋਣਾ ਪੈਣਾ, ਇੱਕ ਹੋ ਕੇ ਆਵਾਜ਼ ਉਠਾਉਣੀ ਪੈਣੀ ਹੈ। ਇਹ ਨਾ ਸੋਚੋ ਵੀ ਇਹ ਯਾਰ ਕੋਈ ਬੰਦਾ ਬੋਲ ਰਿਹਾ, ਇਹ ਤਾਂ ਗੱਲਾਂ ਹੀ ਕਰ ਰਿਹਾ। ਗੱਲਾਂ ਨਹੀਂ ਕਰ ਰਿਹਾ ਵੀਰੇ, ਜਦੋਂ ਗੱਲਾਂ ਦੇ ਵਿੱਚ ਗਾਣੇ ਆਉਣ ਲੱਗ ਜਾਂਦੇ ਆ ਨਾ, ਫਿਰ ਸਾਰਾ ਕੁਝ ਹੋ ਜਾਂਦਾ ਹੁੰਦਾ। ਜਦੋਂ ਇੱਕਜੁੱਟ ਹੋ ਕੇ ਆਪਾਂ ਬੋਲਾਂਗੇ ਸਾਰੇ ਇਕੱਠੇ, ਲੀਡਰ ਵੀ ਆਪਾਂ ਹੀ ਚੁਣਦੇ ਹਾਂ। ਚਲੋ ਕੁਛ ਗਲਤੀਆਂ ਆਪਣੀਆਂ ਵੀ ਹੁੰਦੀਆਂ, ਸਿਸਟਮ ਦੀਆਂ ਗਲਤੀਆਂ ਵੀ ਹੁੰਦੀਆਂ। ਕਾਜ ਤੁਹਾਡੀ ਗੱਲ ਸਹੀ ਸੀ, ਵਿੱਚ ਕੁਛ ਲੋਕ ਵੀ ਸਾਡੇ ਗਲਤ ਆ, ਪਰ ਸਾਰੇ ਨਹੀਂ ਗਲਤ ਹੈਗੇ। ਸੋ ਉਹਨਾਂ ਭਰਾਵਾਂ ਨੂੰ ਬੇਨਤੀ ਹੈ, ਇੱਕਜੁੱਟ ਹੋ ਕੇ ਜਿਹੜਾ ਵੀ ਕੋਈ ਮੰਤਰੀ ਉੱਤੇ ਹੈਗਾ, ਇਹਨਾਂ ਦੀਆਂ ਪੈਨਸ਼ਨਾਂ ਬੰਦ ਕਰਾਓ ਜੀ। ਇਹਨਾਂ ਦੀ ਪੈਨਸ਼ਨਾਂ ਬੰਦ ਕਰਾਓ। ਭਲਾ ਪਿੰਡ ਲਈ ਲਾਇਆ ਕਰੋ, ਸ਼ਹਿਰਾਂ ਲਈ ਲਾਇਆ ਕਰੋ। ਜਿਹੜਾ ਪੈਸਾ ਇਹਨਾਂ ਨੂੰ ਆਪਾਂ ਦੇਣਾ, ਉਹ ਪੈਸਾ ਇੱਧਰ ਲੱਗਣਾ ਚਾਹੀਦਾ। ਸਾਡਾ ਦੇਸ਼ ਤਰੱਕੀ ਦੇ ਹੋ ਜਾਊਗਾ। ਨਹੀਂ ਹੁੰਦਾ ਜੀ? ਹੋ ਜਾਊਗਾ ਜੀ, 100% ਕਹਿਣਾ। ਨਹੀਂ ਹੋ ਸਕਦਾ ਜੀ। ਉਹ ਕਿਉਂ ਨਹੀਂ ਹੋ ਸਕਦਾ? ਇਹ ਜਦੋਂ ਅੰਗਰੇਜ਼ਾਂ ਦਾ ਸ਼ਾਸਨ ਸੀਗਾ ਤਾਂ ਅੰਗਰੇਜ਼ ਕਹਿੰਦੇ ਸੀ ਤੁਸੀਂ ਲਾਲ ਬੱਤੀ ਦਾ ਪਾਲਣ ਕਰਨਾ ਜੀ, ਤਾਂ ਇੰਡੀਅਨਸ ਕਰਦੇ ਹੀ ਨਹੀਂ ਸੀ। ਫਿਰ ਉਹਨਾਂ ਦਾ ਡੰਡਾ ਚਾੜਦੇ ਸੀ, ਫਿਰ ਕਹਿੰਦੇ ਸੀ ਵੀ ਅੰਗਰੇਜ਼ ਤਾਂ ਸਾਡੇ ਦਾ ਅਤਿਆਚਾਰ ਕਰਦੇ ਸੀ। ਇਹ ਨਾ ਤਾਂ ਪੈਨਸ਼ਨਾਂ ਬੰਦ ਕਰਨ ਨਾਲ ਕੁਛ ਹੋਊਗਾ,
ਨਾ ਕੁਛ ਕਿਸੇ ਨਾਲ ਹੋਊਗਾ। ਡੰਡਾ ਚੜਾਉਣ ਵਾਲੇ ਡੰਡੇ ਦੇ ਭੂਤ ਨੇ, ਇਹ ਡੰਡੇ ਨਾਲ ਹੀ ਮੰਨਣਗੇ। ਇਹ ਜਦੋਂ ਇੰਦਰਾ ਗਾਂਧੀ ਦਾ ਸਮਾਂ ਸੀ ਤਾਂ ਉਹਨਾਂ ਦੇ ਬੇਟੇ ਸੰਜੇ ਗਾਂਧੀ ਜੀ ਉਹ ਇੰਡੀਆ ਦੇ ਵਿੱਚ ਮਾਰੂਤੀ ਨੂੰ ਲੈ ਕੇ ਆਏ ਸੀ। ਤਾਂ ਉਹਨਾਂ ਨੇ ਇੰਨਾ ਕੁ ਬਦਲਾਅ ਕੀਤਾ ਸੀਗਾ ਵੀ ਅੱਜ ਜੇ ਉਹ ਜਿੰਦਾ ਹੁੰਦੇ ਤਾਂ ਇੰਡੀਆ 'ਚ ਪੈਰਿਸ ਹੁੰਦਾ। ਜਦੋਂ ਬਦਲਾਅ ਦੇਖਿਆ ਗਿਆ ਵੀ ਬਦਲਾਅ ਹਲਚਲ ਆ ਗਈ ਵੀ ਇੰਡੀਆ ਵਿੱਚ, ਇੰਡੀਆ ਤਰੱਕੀ ਕਰ ਰਿਹਾ, ਤਾਂ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ ਮਰਵਾਤਾ। ਉਹਨਾਂ ਨੂੰ ਮਤਲਬ ਉਹ ਪਾਇਲਟ ਜਿਹੜੇ ਚੰਗੇ ਬੰਦਿਆਂ ਨੂੰ ਨਹੀਂ ਰਹਿਣ ਦਿੰਦੇ ਹੈਗੇ, ਰਹਿਣ ਨਹੀਂ ਦਿੰਦੇ ਜੀ। ਕਿਤੇ ਇਹਨਾਂ ਭਾਰਤ ਇੱਕ ਮੂਰਖਾਂ ਦਾ ਦੇਸ਼ ਹੈ, ਕਿਤਾਬਾਂ 'ਚ ਲਿਖਿਆ, ਮੈਂ ਨਹੀਂ ਬੋਲਦਾ। ਜੇ ਤੁਸੀਂ ਉਹਨਾਂ ਤੋਂ ਹੇਟ ਕਰੋਗੇ ਤਾਂ ਤੁਸੀਂ ਮਰੋਗੇ, ਜੇ ਤੁਸੀਂ ਉਹਨਾਂ ਨੂੰ ਜੁਆਇਨ ਕਰੋਗੇ ਫਿਰ ਤੁਸੀਂ ਠੀਕ ਹੋ। ਵੀ ਗੁਲਾਮ ਰਹੀਏ, ਗੁਲਾਮੀ ਕਰੀ ਜਾਈਏ। ਗੁਲਾਮੀ ਕੀ ਦੱਸੋ? ਗੁਲਾਮੀ ਹੋਈ ਆ ਜਦੋਂ ਕਿਸੇ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ, ਕੋਈ ਬਿਮਾਰ ਹੁੰਦਾ ਵਿਚਾਰਾ ਜਾ ਕੇ ਪ੍ਰਾਈਵੇਟ ਹਸਪਤਾਲ ਦਾਖਲ, ਉੱਥੇ ਲੁੱਟ ਹੁੰਦੀ ਆ, ਗਰੀਬ ਬੰਦਾ ਇਲਾਜ ਨਹੀਂ ਕਰਾਉਂਦਾ। ਬੱਚਿਆਂ ਨੂੰ ਜੇ ਪੜ੍ਹਾਉਣਾ ਵਾ ਤਾਂ ਮਹਿੰਗੇ ਮਹਿੰਗੇ ਸਕੂਲਾਂ 'ਚ ਐਡਮਿਸ਼ਨ ਵੀ ਭਾਲਦੇ ਆ, ਉੱਤੋਂ ਫੀਸ ਤਾਂ ਮਹੀਨੇ ਦੀ ਭਾਲਦੇ ਉੱਤੋਂ ਐਡਮਿਸ਼ਨ ਦੇ ਖਰਚੇ। ਮੈਨੂੰ ਇਹ ਦੱਸੋ ਸਰ, ਬੱਚਾ ਆਪਾਂ ਸਰਕਾਰੀ ਸਕੂਲ 'ਚ ਪੜ੍ਹਾਉਣਾ ਨਹੀਂ ਚਾਹੁੰਦੇ, ਸਰਕਾਰੀ ਹਸਪਤਾਲਾਂ 'ਚ ਆਪਾਂ ਇਲਾਜ ਲੈਣਾ ਨਹੀਂ ਚਾਹੁੰਦੇ, ਉਹ ਜੇ ਇਲਾਜ ਹੋਊ ਸੁਣੋ ਤਾਂ ਹੀ ਦੇਵਾਂਗੇ। ਉੱਥੇ ਕੀ ਆ? ਸਰਕਾਰੀ ਨੌਕਰੀ ਕਿਉਂ ਲੈਣਾ ਚਾਹੁੰਦੇ ਆ ਆਪਾਂ? ਮੈਂ ਤੁਹਾਡੀ ਗੱਲ ਸਮਝਦਾ, ਸਰਕਾਰੀ ਨੌਕਰੀ ਕਿਹੜਾ ਮਿਲਦੀ ਹੈ? ਮਿਲਦੀ ਹੈ ਜਿਨ੍ਹਾਂ ਨੂੰ ਚਲੋ ਮਿਲਦੀ ਹੈ, ਪਰ ਮੇਰੇ ਤਾਂ ਹਿਸਾਬ ਨਾਲ ਮਿਲੀ ਨਹੀਂ। ਆਹ ਵਾਅਦੇ ਕੀਤੇ ਸੀ ਕੈਪਟਨ ਸਰਕਾਰ ਨੇ, ਆਹ ਮਿਲ ਗਈ, ਉੱਥੇ ਤੁਰੇ ਫਿਰਦੇ ਆ ਸਾਰੇ। ਸਾਡੀ ਤਾਂ ਉਮਰ ਵੀ ਨਹੀਂ ਹੈਗੀ ਹੁਣ ਨੌਕਰੀਆਂ ਵਾਲੀ। ਨਾ ਤਾਂ ਸਰਕਾਰਾਂ ਘੱਟ ਹੈ ਨਾ ਜਨਤਾ ਘੱਟ ਹੈ, ਇਹ ਕਦੀ ਨਹੀਂ ਹੋ ਸਕਦਾ। ਇੱਕ ਸਰਵੇ, ਮੈਂ ਗੱਲ ਨੂੰ ਘੁਮਾਊਂਗਾ ਥੋੜ੍ਹਾ ਜਿਹਾ, ਸਮਝ ਲੈਣਗੇ ਦਰਸ਼ਕ, ਇੰਨੇ ਵੀ ਨਹੀਂ ਮੇਰੇ ਉਹ ਹੈਗੇ। ਇੱਕ ਸਰਵੇ ਤੋਂ ਪਤਾ ਲੱਗਿਆ 2025 ਤੱਕ ਜਨਸੰਖਿਆ ਦੇ ਮਾਮਲੇ ਦੇ ਵਿੱਚ ਇੰਡੀਆ ਚਾਈਨਾ ਨੂੰ ਕ੍ਰੋਸ ਕਰ ਜੂ ਜੀ। ਚਾਈਨਾ ਦੀ ਇਸ ਸਮੇਂ ਦੀ ਜਿਹੜੀ ਪੋਪੂਲੇਸ਼ਨ ਹੈ 142 ਕਰੋੜ ਹੈ, ਇੰਡੀਆ ਦੀ 137 ਕਰੋੜ ਹੈ। ਇਹ 2025 'ਚ ਕ੍ਰੋਸ ਕਰ ਦੇਣਾ ਜੀ। ਤੇ ਚਾਈਨਾ ਨੇ ਆਪਣੀ ਪੋਪੂਲੇਸ਼ਨ ਤੇ ਕੰਟਰੋਲ ਕਰ ਲਿਆ, ਇੰਡੀਆ ਤੋਂ ਨਹੀਂ ਹੋਇਆ ਨਾ ਉਹ ਕਰਨ। ਸਨ 2016 ਦੀ ਰਿਪੋਰਟ ਸੀਗੀ, 2015 ਦੇ ਵਿੱਚ ਸਭ ਤੋਂ ਪੋਲਿਊਟਡ ਕੰਟਰੀ ਚਾਈਨਾ ਤੇ ਸ਼ਹਿਰ ਇੱਕ ਬੀਜਿੰਗ ਨੂੰ ਮੰਨਿਆ ਗਿਆ ਸੀ। ਚਾਈਨਾ ਦਾ ਇੱਕ ਸ਼ਹਿਰ ਹੈ ਬੀਜਿੰਗ, ਉਹਦੀ ਰਾਜਧਾਨੀ ਬੀਜਿੰਗ ਹੈ। ਤਾਂ ਬਹੁਤ ਪੋਲਿਊਟਡ ਸ਼ਹਿਰ ਮੰਨਿਆ ਗਿਆ ਸੀ। ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ ਦਿੱਲੀ, ਤੀਜੇ ਨੰਬਰ ਤੇ ਆਗਰਾ, ਚੌਥੇ ਨੰਬਰ ਤੇ ਕਲਕੱਤਾ। ਪਹਿਲੇ ਨੰਬਰ ਤੇ ਬੀਜਿੰਗ, ਦੂਜੇ ਨੰਬਰ ਤੇ ਦਿੱਲੀ, ਤੀਜੇ ਨੰਬਰ ਤੇ ਲੁਧਿਆਣਾ, ਉਸ ਤੋਂ ਬਾਅਦ ਆਗਰਾ, ਕਲਕੱਤਾ ਸੀਗਾ ਜੀ। ਸਨ 2016 ਦੇ ਵਿੱਚ ਜਿਹੜੀ ਰਿਪੋਰਟ ਆਈ, ਸਭ ਤੋਂ ਮੋਸਟ ਪੋਲਿਊਟਡ ਜਿਹੜਾ ਸ਼ਹਿਰ ਸੀਗਾ ਉਹ ਦਿੱਲੀ ਤੇ ਲੁਧਿਆਣਾ ਸੀ। ਚਾਈਨਾ ਨੇ ਆਪਣੇ ਪੋਲਿਊਸ਼ਨ ਤੇ ਵੀ ਕੰਟਰੋਲ ਕਰ ਲਿਆ ਸੀਗਾ। ਲੋਕ ਆਪਣੀ ਕੰਟਰੋਲ ਕਰਕੇ, ਮਤਲਬ ਕਿਸੇ ਵੀ ਚੀਜ਼ ਤੇ ਉਹ ਲਗਾਮ ਲਗਾ ਕੇ ਰਾਜੀ ਨਹੀਂ। ਪਰਾਲੀਆਂ ਜੱਟਾਂ ਨੂੰ ਜਿੰਨਾ ਮਰਜ਼ੀ ਕਹਿ ਦਿਓ, ਪਰਾਲੀਆਂ ਬਚਾਉਣੋਂ ਨਹੀਂ ਹਟਦੇ। ਜਿਹੜੀ ਚੀਜ਼ ਨੂੰ ਮਨਾ ਕਰ ਦਿਓ, ਹੁਣ ਚਲੋ ਮੈਂ ਮੰਨਦਾ ਹਾਂ ਪਰਾਲੀਆਂ ਦਾ ਕੋਈ ਸੋਲੂਸ਼ਨ ਵੀ ਦੇਣਾ ਚਾਹੀਦਾ ਹੈ, ਬਥੇਰੇ ਜੀ ਹੁੰਦੇ ਆ। ਤੁਸੀਂ ਮਹਿੰਗੀ ਗੱਡੀਆਂ ਤੇ ਘੁੰਮ ਰਹੇ ਹੋ ਬਾਈ ਜੀ, ਪਰਾਲੀਆਂ ਤਾਂ ਆਪਾਂ ਕਰੀ ਜਾਂਦੇ ਆ, ਬੰਦ ਕਰੋ। ਗੱਲ ਤਾਂ ਮੁੱਦੇ ਦੀ ਇਹ ਆ ਵੀ ਸਾਨੂੰ ਕੋਈ ਸਹੂਲਤ ਨਹੀਂ ਮਿਲ ਰਹੀ, ਕੀ ਕਰੀਏ? ਹੁਣ ਪਰਾਲੀ ਚੱਕੂ ਕੌਣ? ਮੇਰੀ ਗੱਲ ਸੁਣੋ, ਕੀ ਸਰਕਾਰ ਬੰਦੋਬਸਤ ਕਰਕੇ ਦਿੰਦੀ ਹੈ? ਹੁਣ ਉਹ ਬਚਾਉਣ ਨਾਲ ਤਾਂ ਕੀ ਕਰਨ? ਇੱਥੇ ਵੀ ਮੈਂ ਤੁਹਾਡੇ ਸਵਾਲ ਕਰਦਾ ਕਿ ਜਿਹੜੇ ਇਹਨਾਂ ਦੀਆਂ ਫੈਕਟਰੀਆਂ, ਇਹ ਨਹੀਂ ਧੂੰਆਂ ਕੱਢਦੀਆਂ, ਇਹ ਨਹੀਂ ਪ੍ਰਦੂਸ਼ਣ ਕਰਦੀਆਂ। ਇੱਕ ਉਹ ਚੀਜ਼ ਸਰਕਾਰ ਨੂੰ ਦਿੰਦੀ ਆ। ਸਰਕਾਰ ਨੂੰ ਯਾਰ ਜਦੋਂ ਕੋਈ ਸਹੂਲਤ ਨਹੀਂ ਦੇਣੀ, ਬੰਦਾ ਕਰੂਗੀ। ਇੱਕ ਗੱਲ, ਛੋਟੀ ਜਿਹੀ ਗੱਲ ਦਾ ਤੁਸੀਂ ਮੈਨੂੰ ਜਵਾਬ ਦਿਓ। 137 ਕਰੋੜ ਥੋੜੇ ਨਹੀਂ ਹੁੰਦੇ ਜੀ, ਤੇ ਉਹਦੇ ਵਿੱਚ ਸਿਰਫ 4.5 ਕਰੋੜ, ਉਹਦੇ ਵਿੱਚ ਸਿਰਫ ਇਨਕਮ ਟੈਕਸ ਰਿਟਰਨ ਲੋਕ ਭਰਦੇ ਆ ਜੀ। ਜਿਹੜੇ ਸਿਰਫ 2.5 ਲੱਖ ਲੋਕ ਹੀ ਟੈਕਸ ਭਰਦੇ ਉਹਦੇ ਚੋਂ, ਤੇ ਜਿਹੜੇ 2 ਲੱਖ ਲੋਕ ਆ ਬਾਕੀ ਦੇ ਨਾ, ਉਹ ਟੈਕਸ ਵੀ ਨਹੀਂ ਭਰਦੇ, ਉਹ ਨਿਲ ਰਿਟਰਨ ਭਰਦੇ। ਮੈਂ ਤੁਹਾਡੀ ਗੱਲ ਮੰਨ, ਮੇਰੀ ਗੱਲ ਸੁਣੋ, ਉਹਨਾਂ ਕੋਲ ਪੈਸਾ ਨਹੀਂ ਆਉਂਦਾ, ਕੀ ਕਰ? ਕਿੰਨਾ ਕੋਲ ਪੈਸਾ ਨਹੀਂ ਆਉਂਦਾ? ਜਿਹੜੇ ਨਿਲ ਭਰਦੇ ਆ, ਕੀ ਉਹਨਾਂ ਕੋਲ ਕਿਹੜੀਆਂ ਨੌਕਰੀਆਂ? ਮੈਨੂੰ ਜਵਾਬ ਦਿਓ। ਸਭ ਗੱਲ ਇੱਕ ਮਿੰਟ ਮੇਰੀ ਨਿਲ ਭਰਨ ਦਾ ਤਰੀਕਾ ਵੀ ਤੁਹਾਨੂੰ ਦੱਸਦਾ, ਕੀ ਉਹਨਾਂ ਕੋਲ ਕਿਹੜੀ ਇਨਕਮ ਆ? ਸਰਕਾਰ ਉਹਨਾਂ ਨੂੰ ਕੀ ਦਿੰਦੀ ਆ ਵੀ ਉਹ ਟੈਕਸ ਦੇਣ? ਸਰਕਾਰ ਨੂੰ ਸੁਣੋ, ਉਹਨਾਂ 4.5 ਕਰੋੜ ਲੋਕਾਂ ਦੇ ਬਲਬੂਤੇ ਤੇ 137 ਕਰੋੜ ਦੀ ਰੋਟੀ ਚੱਲੀ ਜਾਂਦੀ ਹੈ। ਚੱਲੀ ਕਿ ਨਹੀਂ? ਹਾਈਵੇਜ਼ ਵੀ ਬਣਾਉਣੇ ਆ, ਸਭ ਕੁਛ ਕਰਨਾ ਹੈ, ਇੰਫਰਾਸਟ੍ਰਕਚਰ ਵੀ ਬਣਾਉਣਾ ਹੈ। ਚਲੋ ਹੌਲੀ ਹੌਲੀ ਹੁੰਦਾ, ਜੋ ਕੁਝ ਵੀ ਹੌਲੀ ਹੌਲੀ ਟਾਈਮ ਲੱਗਦਾ ਹੈ। ਹਾਲੇ ਬਹੁਤ ਪਿਛੜਾ ਹੋਇਆ ਆਪਣਾ ਦੇਸ਼ ਹੈ, ਜਿੱਦਾਂ ਵੀ ਆਪਾਂ ਕਹਿ ਦਈਏ। ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜਦੋਂ ਭਾਈ ਆਪਣੀ ਇਨਕਮ ਦਾ ਟੈਕਸ ਹੀ ਨਹੀਂ ਉਹਨਾਂ ਨੂੰ ਭਰ ਰਹੇ, ਫਿਰ ਕਿੱਦਾਂ? ਉਹ ਟੈਕਸ ਭਰ ਕੇ ਵੀ ਕੀ ਭਾਲਦੇ ਆ ਉਹਨਾਂ ਤੋਂ? ਲਟੇਰੇ ਤਾਂ ਬੈਠੇ ਆ। ਟੈਕਸ ਭਰ ਕੇ ਉਹਨਾਂ ਨੂੰ ਪੈਨਸ਼ਨਾਂ ਦੇਈ ਜਾਈਏ, ਮੈਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਉਹ ਤਾਂ ਹੋਰ ਵਧਾ ਦੇਣਗੇ ਆਪਦੀਆਂ ਪੈਨਸ਼ਨਾਂ। ਆ ਪਹਿਲਾਂ ਨਹੀਂ ਘੱਟ, ਜਿਹੜੇ ਟੈਕਸ ਭਰਦੇ ਉਹਨਾਂ ਦਾ ਕੀ ਕਰਦੇ? ਮੰਤਰੀ ਪੈਨਸ਼ਨਾਂ ਖਾਂਦੇ ਆ ਉਹਨਾਂ ਦੀਆਂ। ਹੋਰ ਦੱਸੋ ਕੀ ਹੁੰਦਾ ਟੈਕਸ ਭਰ ਕੇ? ਹੋਰ ਕੀ ਹੁੰਦਾ ਦੱਸੋ ਮੈਨੂੰ? ਪਹਿਲੀ ਗੱਲ ਤਾਂ ਜਨਤਾ ਚੋਰ, ਉਸ ਤੋਂ ਬਾਅਦ ਮੰਤਰੀ ਚੋਰ। ਹੈਗੇ ਦੋਨੇ ਚੋਰ ਹੈ। ਨਹੀਂ, ਕੋਈ ਬ੍ਰਿਜ ਬਣ ਗਿਆ ਮੰਨ ਲਓ, ਉਹਦੇ ਵਿੱਚ ਵੀ ਘਪਲਾ ਵਾ। ਉਹ ਪਤਾ ਨਹੀਂ 10 ਦਿਨ ਚੱਲਣਾ, 20 ਦਿਨ ਚੱਲਣਾ, 2 ਸਾਲ ਚੱਲਣਾ, 5 ਸਾਲ ਚੱਲਣਾ।
ਉਹ ਆਪਾਂ ਖਬਰਾਂ ਸੁਣਦੇ ਆ ਯਾਰ ਉਹ ਬਣਾਇਆ ਮਗਰੋਂ ਸੀ, ਉਹ 'ਚ ਤੇੜਾਂ ਪੈ ਗਈਆਂ, ਉੱਥੇ ਆਹ ਹੋ ਗਿਆ। ਅੱਛਾ ਧਾਲੀਵਾਲ ਸਾਹਿਬ ਇੱਕ ਗੱਲ ਦਾ ਜਵਾਬ ਦਿਓ, ਜਿਵੇਂ ਕਈ ਬੰਦੇ ਇਹ ਮੁੱਦਾ ਉਠਾ ਰਹੇ ਨੇ ਵੀ ਟ੍ਰੇਨਾਂ ਦਾ ਪ੍ਰਾਈਵੇਟਾਈਜੇਸ਼ਨ ਹੋ ਗਿਆ, ਲਾਲ ਕਿਲ੍ਹਾ ਵੀ ਪ੍ਰਾਈਵੇਟ ਕਰਤਾ 5 ਸਾਲਾਂ ਲਈ ਲੀਗਲ ਤਰੀਕੇ ਨਾਲ, ਤੇ ਬੱਸਾਂ ਦਾ ਤਾਂ ਹੈਗੀ ਸੀ ਪ੍ਰਾਈਵੇਟ ਪਹਿਲਾਂ ਵੀ, ਤੇ ਚਲੋ ਹੁਣ ਵੀ ਹੋਰ ਵੀ ਕਈ ਚੀਜ਼ਾਂ ਪ੍ਰਾਈਵੇਟਾਈਜੇਸ਼ਨ ਹੋਈਆਂ, ਉਹਦੇ ਵਿੱਚ ਨੁਕਸਾਨ ਹੈ ਕਿ ਫਾਇਦਾ? ਨੁਕਸਾਨ ਹੀ ਆ ਜੀ ਉਹ 'ਚ। ਨੁਕਸਾਨ ਕਿਵੇਂ ਹੈ? ਨੁਕਸਾਨ ਇਉਂ ਆ, ਜਾਂ ਤਾਂ ਫਿਰ ਸਾਰਾ ਕੁਝ ਹੀ ਪ੍ਰਾਈਵੇਟ ਕਰੋ। ਅੱਛਾ। ਤੇ ਸਰਕਾਰ ਸਾਨੂੰ ਪ੍ਰਾਈਵੇਟਾਂ ਨੂੰ ਪੈਸੇ ਦੇ ਦੇਵੇ। ਪ੍ਰਾਈਵੇਟ ਜੇ ਕਰਨਾ ਹੀ ਆ, ਸਰਕਾਰ ਪ੍ਰਾਈਵੇਟ ਸਹੂਲਤਾਂ ਦੇਵੇ ਫਿਰ ਸਾਨੂੰ, ਜਾਂ ਪ੍ਰਾਈਵੇਟ ਹਸਪਤਾਲਾਂ 'ਚ ਕਰਾਵੇ ਮੁਫਤ ਇਲਾਜ, ਠੀਕ ਆ ਜੀ। ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣ ਸਾਡੇ ਜਵਾਕ ਮੁਫਤ 'ਚ, ਅਸੀਂ ਸਹਿਮਤ ਹਾਂ। ਕਹਿਣ ਪ੍ਰਾਈਵੇਟ ਹਸਪਤਾਲਾਂ ਨੂੰ ਆਰਡਰ ਦੇਣ ਵੀ ਤੁਸੀਂ ਜਦੋਂ ਕੋਈ ਤੁਹਾਡੇ ਕੋਲ ਬੰਦਾ ਆਉਂਦਾ ਤੁਹਾਨੂੰ ਸਰਕਾਰ ਪੈਸੇ ਦੇਊਗੀ ਆਪੇ, ਅਸੀਂ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਲੈਣ, ਲੋਕ ਪਿੰਡਾਂ ਦੇ ਸ਼ਹਿਰਾਂ ਦੇ ਉਹ ਲੈਣ ਇਲਾਜ। ਅਤੇ ਨੰਬਰ 2 'ਤੇ ਜਿਹੜੇ ਜਵਾਕ ਆ ਪੜ੍ਹਾਉਂਦੇ ਆ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਬੰਦ ਕਰਨ, ਪ੍ਰਾਈਵੇਟ ਕਰ ਦੇਣ ਸਾਡੇ ਬਣੀਓ। ਦੇਖੋ ਜੀ ਲੋਕਾਂ ਵਾਸਤੇ ਦਰਅਸਲ ਜਿਹੜੀਆਂ ਸਰਕਾਰ ਕਰਦੀ ਆ, ਮੈਨੂੰ ਤਾਂ ਇਹ ਲੱਗਦੀ ਆ ਗੱਲਬਾਤ ਗਲਤ। ਜੇ ਸਰਕਾਰ ਕਹਿੰਦੀ ਅਸੀਂ ਪ੍ਰਾਈਵੇਟ ਕਰਨਾ, ਤਾਂ ਮੈਂ ਇੱਕ ਗੱਲ ਇੱਥੇ ਸਰਕਾਰ ਨੂੰ ਕਹਿਣਾ ਚਾਹੁੰਦਾ, ਤੁਹਾਤੋਂ ਸਰਕਾਰੀ ਨਾ ਤਾਂ ਸਕੂਲ ਬਣਿਆ ਨਾ ਤੁਹਾਤੋਂ ਹਸਪਤਾਲ, ਤਾਂ ਤੁਸੀਂ ਇਹ ਪ੍ਰਾਈਵੇਟ ਕਰਨਾ ਕਰੋ, ਜੋ ਮਰਜ਼ੀ ਕਰੋ, ਪਰ ਇੱਕ ਉੱਥੇ ਸ਼ਰਤ ਇਹ ਵੀ ਲਾ ਲਓ ਵੀ ਉਹਦੇ ਪੈਸੇ ਜਿਹੜੇ ਆ ਸਾਡੇ ਮੰਤਰੀ ਦੇਣਗੇ। ਪ੍ਰਾਈਵੇਟ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਪ੍ਰਾਈਵੇਟ ਹਸਪਤਾਲ 'ਚ ਜਾਂਦਾ, ਉਹਦਾ ਇਲਾਜ ਫ੍ਰੀ ਹੋਣਾ ਚਾਹੀਦਾ। ਪ੍ਰਾਈਵੇਟ ਸਾਡੇ ਬਣੀਓ ਸਾਰਾ ਕੁਝ ਹੀ ਪ੍ਰਾਈਵੇਟ ਕਰ ਦੇਣਾ। ਸਰਕਾਰੀ ਸਕੂਲ 'ਚ ਜਿਹੜੇ ਜਵਾਕ ਪੜ੍ਹਦੇ ਆ ਜਾਂ ਪ੍ਰਾਈਵੇਟ ਜਵਾਕ ਪੜ੍ਹਦਾ, ਕੋਈ ਵੀ ਪੜ੍ਹਾਉਂਦਾ, ਉੱਥੇ ਸਰਕਾਰ ਉਹਦੀ ਜੋ ਫੀਸ ਆ ਉਹ ਭਰਨੀ ਚਾਹੀਦੀ ਹੈ ਸਰਕਾਰ ਨੂੰ, ਆਮ ਬੰਦਾ ਨਹੀਂ ਭਰੂਗਾ। ਅੱਛਾ, ਸਰਕਾਰ ਨੂੰ ਭਰਨੀ ਚਾਹੀਦੀ? ਹਾਂ, ਸਰਕਾਰ ਨੂੰ ਭਰਨੀ ਚਾਹੀਦੀ। ਇਕੱਲੀ ਸਰਕਾਰ 137 ਕਰੋੜ ਦਾ ਚਲਾ ਲੂਗੀ ਦੇਸ਼, ਮਤਲਬ ਸਾਰੇ ਜਦੋਂ ਦੇਸ਼ ਚਲਾ ਸਕਦੀ ਹੈ ਸਰਕਾਰ, ਇਕੱਲੇ ਦਾ ਚਲਾ ਲੂਗੀ? ਹੁਣ ਕੀ ਕਰ ਰਹੀ ਹੈ? ਹੁਣ ਵੀ ਇਕੱਲੇ ਦੀ ਚਲਾ ਰਹੀ ਹੈ ਜੀ ਸਰਕਾਰ, ਹੁਣ ਵੀ ਕਰ ਰਹੀ ਹੈ। ਲੋਕ ਵਿਚਾਰੇ ਕੋਈ ਕਿੱਧਰ ਤੁਰਿਆ ਫਿਰਦਾ, ਸਮਝ ਆਉਂਦੀ ਨਹੀਂ ਹੈਗੀ ਕਿਸੇ ਨੂੰ। ਲੋਕਾਂ ਨੇ ਕੰਮ ਆਪਨੇ ਨਹੀਂ ਕਰਨਾ, ਤੁਰੇ ਫਿਰਦੇ ਧਰਨੇ ਆ। ਬਾਈ ਜੀ ਲੋਕ ਬਾਈ ਜੀ ਧਰਨੇ ਤੇ ਹੱਕ ਮੰਗਣੀ, ਅਗਲਾ ਜਾਂਦਾ ਧਰਨੇ ਤੇ ਸ਼ੌਂਕ ਨੂੰ, ਨਹੀਂ ਤੁਰਿਆ ਫਿਰਦਾ। ਜੇ ਇਹੀ ਕੰਮ ਹੁਣ ਸਾਡੇ ਕੰਮ ਲੱਗੇ ਹੁਣ ਭਰਾ, ਕੋਈ ਜਾਂਦਾ ਹੀ ਨਹੀਂ ਹੈਗਾ। ਆਹ ਹੁਣ ਮੂਹਰੇ ਹਾੜੀ ਚੱਲ ਪੈਣੀ ਆ, ਲੋਕਾਂ ਨੇ ਕੰਮਾਂ 'ਚ ਬਿਜੀ ਹੋ ਜਾਣਾ, ਕਿਸੇ ਨੇ ਕਿਸੇ ਜਾਣਾ ਨਹੀਂ ਹੈਗਾ। ਜਦੋਂ ਕੰਮ ਹੀ ਨਹੀਂ ਹੈਗਾ, ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਕਿੱਧਰ ਨੂੰ ਜਾਵੇ ਬੰਦਾ ਦੱਸੋ ਮੈਨੂੰ। ਸਰਕਾਰਾਂ ਨੇ ਕਰਨਾ ਜੇ ਸਹੂਲਤਾਂ ਦੇਣੀਆਂ ਤਾਂ ਫਿਰ ਸਹੂਲਤਾਂ ਦਵੇ ਨਾ, ਹੋਵੇ ਨਾ। ਕਿ ਸਾਰਾ ਕਸੂਰ ਸਰਕਾਰਾਂ ਦਾ? ਸਾਰਾ ਕਸੂਰ ਹੀ ਸਰਕਾਰਾਂ ਦਾ ਜੀ, ਵੀ ਉਹੀ ਦੇਵੇ ਫਿਰ ਹੀ ਆਪਾਂ ਜ਼ਿੰਦਗੀ ਜੀਵਾਂਗੇ। ਬਿਲਕੁਲ। ਮੰਤਰੀਆਂ ਦੇ ਪੈਨਸ਼ਨਾਂ ਬੰਦ ਕਰੇ। ਕਿ ਆਪਾਂ ਕਹਿਣ ਨੂੰ ਤਾਂ ਸ਼ੂਰਵੀਰ ਕਮਾਉਂਦੇ ਆ, ਇਤਿਹਾਸ ਬਹੁਤ ਤਗੜਾ ਰਿਹਾ ਭਾਰਤ ਦਾ। ਭਗਤ ਸਿੰਘ ਵਰਗੇ ਸ਼ੂਰਵੀਰਾਂ ਨੇ, ਕਰਤਾਰ ਸਿੰਘ ਸਰਾਭੇ ਦੇ ਸ਼ੂਰਵੀਰਾਂ ਨੇ, ਅਤੇ ਉਸ ਤੋਂ ਪਹਿਲਾਂ ਕਈ ਗੁਰੂਆਂ ਨੇ ਜਿਨ੍ਹਾਂ ਨੇ ਆਪਣੇ 4 ਪੁੱਤਰ ਸ਼ਹਾਦਤ ਕਰਤੇ ਜੀ। ਕਿ ਉਹਨਾਂ ਦੀ ਬਾਜੂਆਂ 'ਤੇ ਇੰਨਾ ਕੁ ਦਮ ਤਾਂ ਸੀਗਾ ਹੀ ਕਿ ਜਿਨ੍ਹਾਂ ਨੇ ਇਕੱਲੇ ਨੇ ਬਹੁਤ ਲੜਾਈ ਲੜ ਲਈ ਸੀ, ਕਿ ਉਹ ਵੀ ਕੁਛ ਕਹਿੰਦੇ ਵੀ ਸਾਡੇ ਉੱਤਲੀ ਸਰਕਾਰਾਂ ਜਾਂ ਸਾਡੇ ਤੋਂ ਉੱਤਲੇ ਗੁਰੂ ਕੁਛ ਕਰਨ। ਬਾਈ ਜੀ ਉਦੋਂ ਸਮਾਂ ਹੋਰ ਸੀ, ਹੁਣ ਸਮਾਂ ਹੋਰ ਆ। ਹੁਣ ਸਿਆਸਤ ਚੱਲਦੀ ਆ, ਉਦੋਂ ਚੱਲਦਾ ਸੀ ਜ਼ੋਰ। ਉਹ ਸਮੇਂ ਦੀ ਗੱਲ ਹੋਰ ਆ, ਉਦੋਂ ਲੋਕਾਂ ਦੇ ਵਿੱਚ ਹੋਰ ਹਿਸਾਬ ਕਿਤਾਬ ਸੀ, ਹੁਣ ਲੋਕਾਂ 'ਚ ਹੋਰ ਆ। ਹੁਣ ਤਾਂ ਤੁਹਾਨੂੰ ਮੈਂ ਦੱਸਦਾ, ਕਿਤੇ ਜਾਓ ਆਹ ਮੰਤਰੀਆਂ ਦੇ ਚਮਚੇ ਨਹੀਂ ਪਹਿਲਾਂ ਤਾਂ ਲੋਟ ਆਉਂਦੇ। ਉਹੀ ਜੇ ਤੁਸੀਂ ਸੱਚ ਬੋਲੋਗੇ ਤੁਹਾਡੇ ਉਲਟ ਹੋ ਜਾਣਗੇ, ਉਹੀ ਤੁਹਾਨੂੰ ਬਦਨਾਮ ਕਰ ਦੇਣਗੇ। ਇੱਕ ਬੰਦਾ ਸੱਚਾ, 10 ਬੰਦੇ ਝੂਠੇ ਆ, ਉਹ 10 ਸੱਚੇ ਹੋ ਜਾਣੇ, ਇੱਕ ਬੰਦਾ ਝੂਠਾ ਹੋ ਜਾਣਾ। ਸੱਚ ਦੀ ਆ ਅੱਜ ਕੱਲ੍ਹ ਵੈਲਿਊ ਆ, ਸੱਚ ਬੋਲਣ ਵਾਲੇ ਦੀ। ਇੱਕ ਗੱਲ ਦੱਸੋ ਜੀ, ਮੇਰੀ ਗੱਲ ਤਾਂ ਮੈਂ ਨਾ ਕਰੀ, ਮੈਂ ਬਹੁਤ ਡੀਪ ਸਵਾਲ ਪੁੱਛਣ ਲੱਗਿਆ ਜੀ। ਜੀ, ਜੇ ਤੁਹਾਡੇ ਘਰੇ ਘੁਸ ਕੇ ਕਈ ਵਾਰਦਾਤੀ ਤੁਹਾਡੀ ਮਾਂ 'ਤੇ ਅਟੈਕ ਕਰ ਦੇਣ ਜੀ, ਤੁਸੀਂ ਚੁੱਪਚਾਪ ਦੇਖੋਗੇ ਕਿ ਬਚਾਅ ਕਰੋਗੇ? ਬਚਾਅ ਕਰਾਂਗੇ ਜੀ। ਬਚਾਅ ਕਰੋਗੇ ਨਾ? ਜੇ ਥਾਣੇ ਦੇ ਵਿੱਚ ਰਿਸ਼ਵਤ ਮੰਗੀ ਜਾਂਦੀ ਹੈ ਤੇ ਹੋਰ ਰਿਸ਼ਵਤ ਮੰਗੀ ਜਾਂਦੀ ਹੈ, ਲੋਕ ਵਿਰੋਧ ਕਿਉਂ ਨਹੀਂ ਕਰਦੇ? ਕਰਦੇ ਆ ਲੋਕ, ਦੇਖ ਕੇ ਕਿਉਂ ਆ ਜਾਂਦੇ? ਲੋਕ ਵਿਰੋਧ ਕਰਦੇ ਆ ਜੀ, ਲੋਕ ਵਿਰੋਧ ਹਰ ਜਗ੍ਹਾ 'ਤੇ ਕਰਦੇ ਆ। ਅੱਛਾ, ਜੇ ਨਹੀਂ ਕਰਦੇ ਵਿਰੋਧ, ਜਾਂ ਉਹ ਮੰਨ ਲਓ ਵਿਰੋਧ ਕਰਦੇ ਆ ਲੋਕ, ਵਿਚਾਰੇ ਕਰਦੇ ਆ, ਸਾਨੂੰ ਪਤਾ ਵੀ ਕਰਦੇ ਆ, ਪਰ ਜਦੋਂ ਗਾਂਹ ਹੁੰਦਾ ਇਹ ਨਹੀਂ ਵੀ ਥਾਣੇਦਾਰ ਰਿਸ਼ਵਤ ਮੰਗਦਾ ਕੋਈ, ਉਹ ਵੀ ਕਿਸੇ ਗੱਲ ਤੋਂ ਹੀ ਮੰਗਦਾ ਹੁੰਦਾ। ਜੇ ਗਲਤ ਕੰਮ ਕਰਾਂਗੇ, ਗਲਤ ਕੰਮ ਵਾਲੇ ਤੁਹਾਨੂੰ ਮੈਂ ਦੱਸਦਾ ਇਹਦੇ ਵਿੱਚ ਵੀ ਕੀ ਚੱਕਰ ਆ। ਤੁਹਾਡਾ ਸਵਾਲ ਬਹੁਤ ਵਧੀਆ ਵਾ, ਸੋ ਇਹਨੂੰ ਮੈਂ ਘੁਮਾ ਫਿਰਾ ਕੇ ਨਹੀਂ ਜਵਾਬ ਦਿੰਦਾ, ਮੈਂ ਸਾਫ਼ ਅੱਖਰਾਂ 'ਚ ਜਵਾਬ ਦਊਂਗਾ। ਰਿਸ਼ਵਤ ਉਦੋਂ ਹੀ ਮੰਗਦੇ ਜਦੋਂ ਕੋਈ ਗਲਤ ਕੰਮ ਕਰਦਾ। ਸਹੀ ਬੰਦੇ ਤੋਂ ਰਿਸ਼ਵਤ ਕੋਈ ਮੰਗ ਕੇ ਦਿਖਾਵੇ। ਕਿੰਨੇ ਹੀ ਮੰਗਦੇ ਨੇ? ਨਹੀਂ ਮੰਗਦੇ ਸਹੀ ਤੋਂ, ਦੱਸੋ, ਕਰੋ ਪ੍ਰੂਫ। ਮੈਂ ਕਰ ਦਿੰਦਾ। ਕਰੋ, ਕੋਈ ਗੱਲ ਨਹੀਂ, ਅਸੀਂ ਤੁਹਾਡਾ ਸਾਥ ਦੇਵਾਂਗੇ। ਲੈ ਕੇ ਆਓ, ਜਿਹੜਾ ਚਾਹੇ ਕੋਈ ਅਫਸਰ ਆ ਚਾਹੇ ਕੋਈ ਮੰਤਰੀ ਆ, ਸਹੀ ਬੰਦੇ ਨਾਲ ਕੋਈ ਗਲਤ ਕਰਦਾ ਸਾਨੂੰ ਦੱਸੋ, ਅਸੀਂ ਆਪੇ ਕਰਾਂਗੇ, ਅਸੀਂ ਸਾਥ ਦੇਵਾਂਗੇ। ਸਰ ਕਿੰਨੇ ਹੀ ਦੇਖੇ। ਪਰ ਇੱਕ ਗੱਲ ਹੋਰ ਆ ਜੀ, ਜੋ ਬੰਦਾ ਕਹਿੰਦਾ ਤੁਸੀਂ ਪਟਵਾਰੀ ਕੋਲੇ ਚਲੇ ਜਾਓ ਜ਼ਮੀਨ ਦੀ ਫਰਦ ਕਢਾਉਣ ਵਾਸਤੇ, ਬਿਨਾਂ ਰਿਸ਼ਵਤ ਤੋਂ ਉਹਨੇ ਗੱਲ ਹੀ ਨਹੀਂ ਕਰਨੀ। ਉੱਥੇ ਬੰਦਾ ਗਲਤ ਹੁੰਦਾ, ਸਹੀ ਹੁੰਦਾ?
ਬਾਈ ਜੀ ਉੱਥੇ ਆਪਦੀ ਵੀ ਹਿੰਮਤ ਆ, ਤੁਸੀਂ ਪਟਵਾਰੀ ਨਾਲ ਗੱਲ ਵੀ ਕਰ ਸਕਦੇ ਹੋ। ਜੇ ਹੁਣ ਉੱਥੇ ਚੂੜੀਆਂ ਤੇ ਜਿਹੀਆਂ ਪਾ ਕੇ ਪਟਵਾਰੀ ਪਟਵਾਰੀ ਨੇ ਕੁਝ ਮੰਗ ਲਿਆ ਤੋਂ ਚੂੜੀਆਂ ਜੀ ਪਾ ਕੇ ਹੀ ਚ ਆ ਲਓ ਸਰ, ਉਹਦਾ ਆਪਣੀ ਗਲਤੀ ਹੈ ਨਾ। ਉੱਥੇ ਪੁੱਛੋ ਨਾ ਉਹ ਤੋਂ ਕਾਹਦਾ ਲੈਂਦਾ, ਉਹ ਪੁੱਛੋ ਵੀ ਕਾਹਦੇ ਆ ਭਾਈ, ਕਿੰਨੀ ਫੀਸ ਆ, ਕਿੰਨੇ ਦਿਨ ਉੱਤੇ ਦਈਏ। ਪੁੱਛਣ ਦਾ ਤਾਂ ਫਰਜ਼ ਆ ਨਾ ਸਾਡਾ ਵੀ ਬਾਈ ਜੀ ਕਾਹਦੇ ਆ। ਮੰਨ ਲਓ ਇੰਤਕਾਲ ਕੋਈ ਕਰਾਉਣੇ ਆ 350 ਫੀਸ ਆ, ਜੇ ਹੁਣ ਉਹਦਾ ਹੀ 5000 ਭਾਲਦਾ, ਉਹਨੂੰ ਪੁੱਛੋ ਤਾਂ ਸਹੀ ਬਾਈ ਜੀ ਕਿੱਥੇ ਦੇਣੇ ਆ। ਗੱਲ ਤਾਂ ਕਰ ਸਕਦੇ, ਨਹੀਂ ਉਹ ਦਿੰਦਾ ਤਾਂ ਸਾਡੇ ਤਹਿਸੀਲਦਾਰ ਸਾਹਿਬ ਬੈਠੇ ਹੁੰਦੇ ਆ ਉੱਥੇ, ਕੰਪਲੇਂਟ ਨਹੀਂ ਕਰ ਸਕਦੇ। ਤਹਿਸੀਲਦਾਰ ਨਹੀਂ ਸੁਣਦਾ, ਉਹਦੇ ਉੱਤੇ ਅਫਸਰ ਬੈਠੇ ਹੁੰਦੇ ਆ। ਓਏ ਹੋਰ ਨਹੀਂ ਤਾਂ ਯਾਰ ਚਿੱਠੀਆਂ ਹੀ ਪਾ ਦਿਓ। ਅੱਛਾ, ਤਰੀਕੇ ਬਹੁਤ ਹੁੰਦੇ ਆ ਜੀ। ਆ ਸਾਡੇ ਡਾਕਘਰ ਚਲੋ ਪਹਿਲਾਂ ਤਾਂ ਹੁੰਦੇ, ਹੁਣ ਤਾਂ WhatsApp ਗਰੁੱਪਾਂ ਦੇ ਵਿੱਚ ਹੀ ਮੈਸੇਜ ਆ, ਜੇ ਕਿਸੇ ਨਾਲ ਵੀ ਵਧੀਕੀ ਹੁੰਦੀ ਆ ਉਹਨੂੰ ਯਾਰ ਚੀਜ਼ ਨੂੰ ਸ਼ੇਅਰ ਕਰੋ, ਫੇਰ ਹੀ ਪਤਾ ਲੱਗਦਾ। ਹੁਣ ਜੇ ਤੁਹਾਡੇ ਨਾਲ ਕੋਈ ਗੱਲਬਾਤ ਹੁੰਦੀ ਆ ਤੁਸੀਂ, ਹੁਣ ਮੈਂ ਅਕਸਰ ਇਹੋ ਜਿਹੀਆਂ ਚੀਜ਼ਾਂ ਦੇਖਦਾ ਪਿੰਡਾਂ ਦੇ ਵਿੱਚ ਵੀ, ਸ਼ਹਿਰਾਂ ਦੇ ਵਿੱਚ ਲੋਕਾਂ ਨਾਲ ਵਧੀਕੀ ਹੋ ਜਾਂਦੀ ਹੈ, ਲੋਕ ਚੁੱਪ ਕਰ ਜਾਂਦੇ ਆ। ਇਹ ਪੁੱਛੀਏ ਉਹ ਯਾਰ ਚੱਲ ਕੋਈ ਗੱਲ ਨਹੀਂ, ਇਹ ਨਹੀਂ ਨਾ ਸਰਨਾ ਜੀ, ਬੋਲਣਾ ਹੀ ਪੈਣਾ। ਜੇ ਧੱਕਾ ਹੁੰਦਾ ਤਾਂ ਬੋਲਣਾ ਪੈਣਾ ਹੀ ਆ। ਮੈਂ ਨਾ ਇੱਕ ਜਿਹੜਾ ਚੱਕਰਵਿਊ ਹੈ ਆਪਣੇ ਇੰਡੀਆ ਦਾ, ਮੈਂ ਉਹਨੂੰ ਛੋਟੇ ਸ਼ਬਦਾਂ 'ਚ ਬਿਆਨ ਕਰਨਾ ਚਾਹੁੰਦਾ। ਇੱਕ ਨਾ ਮੈਨੂੰ ਕਹਾਣੀ ਯਾਦ ਆ ਗਈ। ਉਹ ਟਵਿੱਟਰ 'ਤੇ ਮੇਰੇ ਇੱਕ ਮਿੱਤਰ ਨੇ ਟਵੀਟ ਵੀ ਕੀਤਾ ਸੀ, ਕਹਿੰਦੇ ਨਾ ਆਪਣੀ ਲਾਈਫ ਸਾਰੀ ਇੱਦਾਂ ਆ, ਇੱਕ ਕਸਾਈ ਮੁਰਗੀ ਦੇ ਪਿੰਜਰੇ 'ਚ ਇੱਕ ਮੁਰਗੀ ਕੱਢਦਾ ਅਤੇ ਬਾਕੀ ਮੁਰਗੀਆਂ ਨਾ ਦਾਣੇ ਖਾਂਦੀ ਰਹਿੰਦੀਆਂ, ਦੇਖਦੀਆਂ ਰਹਿੰਦੀਆਂ, ਦਾਣੇ 'ਚ ਮਸਤ ਰਹਿੰਦੀਆਂ, ਮੁਰਗੀ ਵੱਢ ਦਿੰਦਾ, ਫਿਰ ਹੌਲੀ ਹੌਲੀ ਕਰਕੇ ਖਾਣਾ ਖਾਲੀ ਹੋ ਜਾਂਦਾ ਜੀ। ਆਪਣੀ ਵੀ ਹਾਲਤ ਇੱਦਾਂ ਹੀ ਹੈ। ਬਿਲਕੁਲ ਜੀ, ਬਿਲਕੁਲ ਹੈ ਨਾ, ਬਿਲਕੁਲ ਜੀ। ਇੱਕ ਕਰਕੇ ਆਪਾਂ ਸਾਰਾ ਸਭ ਕੁਝ ਖਤਮ ਹੋ ਜੂ, ਬਿਲਕੁਲ ਫਿਰ ਬੈਠੇ ਰਹਾਂਗੇ ਆਪਾਂ। ਹੋ ਹੀ ਜਾਂਦਾ ਜੀ, ਏਕਾ ਕਰਨਾ ਬਹੁਤ ਜ਼ਰੂਰੀ ਆ ਆਕਾਸ਼ ਜੀ। ਸੋ ਤੁਸੀਂ ਬਹੁਤ ਵਧੀਆ ਗੱਲ ਕਹੀ ਆ, ਸਾਡੇ ਪਿਆਰੇ ਦੋਸਤਾਂ ਨੂੰ ਸਮਝਾਇਆ ਵਾ, ਤਰੀਕੇ ਨਾਲ ਸਮਝਾਇਆ ਤੁਸੀਂ, ਉਹਨੂੰ ਘੁਮਾ ਕੇ। ਮੈਂ ਤੁਹਾਡੀ ਗੱਲ ਸਮਝਦਾ, ਪਰ ਸਾਡੇ ਏਕੇ ਤੋਂ ਬਿਨਾਂ ਕੁਛ ਨਹੀਂ ਹੋਣਾ। ਜਿੰਨਾ ਟਾਈਮ ਅਸੀਂ ਆਵਾਜ਼ ਨਹੀਂ ਉਠਾਉਂਦੇ, ਅਸੀਂ ਅੱਖੀਂ ਤਮਾਸ਼ਾ ਦੇਖੀ ਜਾਣਾ ਵੀ ਯਾਰ ਸਾਡੇ ਲੀਡਰ ਆ, ਇਹਨਾਂ ਤੋਂ ਡਰੋ ਨਾ ਯਾਰ, ਇਹ ਵੀ ਆਪਣੀ ਬਣਾਏ ਹੋਏ ਆ ਯਾਰ। ਸਰ ਇਹਨਾਂ ਤੋਂ ਕਾਹਦਾ ਡਰ ਹੋ ਹੀ ਨਹੀਂ ਸਕਦਾ, ਮੈਂ ਇਹ ਗੱਲ ਮੰਨਦਾ। ਤੇ ਆਪਣੇ ਇੰਡੀਆ 'ਚ ਸਰ ਜੈਲਸੀ, ਗੱਦਾਰੀ, ਨਮਕ ਹਲਾਲੀ ਅਤੇ ਇੱਕ ਗੰਦੀ ਨਜ਼ਰ ਕਿਸੇ ਦੀ ਧੀ ਭੈਣ ਦੇ ਪ੍ਰਤੀ, ਹੈ ਨਾ, ਕਿ ਦੋਸਤ ਦੇ ਘਰੇ ਚੱਲ ਜੇ ਤਾਂ ਉਹਦੇ ਪਹਿਲਾਂ ਦੀ ਅੱਖ ਤਾਂ ਆਉਂਦੀ ਭੈਣ ਤੇ ਉਹਦੀ ਮਾਂ। ਬਿਲਕੁਲ ਬਿਲਕੁਲ ਜੀ, ਉਹਦੀ ਘਰ ਵਾਲੀ ਤੇ ਬਿਲਕੁਲ ਬਿਲਕੁਲ। ਗੱਦਾਰੀ, ਚੋਰੀ ਚਪਾਟੀ, ਨਿੱਕੀ ਨਿੱਕੀਆਂ ਗੱਲਾਂ, ਇਹ ਸਭ ਇਹਨਾਂ ਦੇ ਜਿਹੜੇ ਯੂਥ ਹੈ ਨਾ, ਸਾਰਿਆਂ ਦਾ ਜਿਹੜਾ ਲਗਭਗ ਜਿਹੜੇ ਯੂਥ ਹੈ ਉਹਨਾਂ ਦਾ ਧਿਆਨ ਹੀ ਇੱਥੇ ਰਹਿ। ਇੱਕ ਤਾਂ ਫੋਨ ਲੈ ਕੇ ਬਹਿ ਗਿਆ, ਦੂਜੀ ਗੱਲ ਇਹ ਡੈਡ ਦਿਮਾਗ ਵਾਲੀ ਆਸ਼ਕੀ ਲੈ ਕੇ ਬਹਿ ਗਈ, ਜਿਹੜੀ ਭੂੰਡ ਆਸ਼ਕਾਂ ਵਾਂਗੂ, ਤਾਂ ਦੇਸ਼ ਆਜ਼ਾਦ ਹੋਊਗਾ ਕਿੱਥੋਂ? ਬਿਲਕੁਲ। ਉਹ ਤਾਂ ਕਰਤਾਰ ਸਿੰਘ ਸਰਾਭੇ ਵਰਗੀ ਸੀ ਜਿਹੜੀ ਸਤਬੁੱਧੀ ਟਾਈਮ ਨਾਲ ਲੈ ਗਏ ਤੇ ਉਹਨਾਂ ਨੇ ਦੇਸ਼ ਆਜ਼ਾਦ ਕਰਾ ਲਿਆ। ਬਿਲਕੁਲ ਜੀ। ਸੋ ਉਹਨਾਂ ਦੀ ਕਦਰ ਪਾਓ ਵੀਰੋ, ਜਿਵੇਂ ਵੀਰ ਜੀ ਨੇ ਕਿਹਾ, ਆਕਾਸ਼ ਜੀ ਨੇ, ਵੀ ਸਾਡੇ ਸੂਰਮਿਆਂ ਨੇ ਸਾਨੂੰ ਆਜ਼ਾਦ ਕਰਾਇਆ ਸੀ, ਗੁਲਾਮ ਨਹੀਂ। ਤੁਸੀਂ ਨਾ ਗੁਲਾਮ ਹੋ ਯਾਰ। ਇਹ ਕੋਈ ਲੀਡਰ ਬਾਹਲੇ ਨਹੀਂ ਹੈਗੇ ਜਿਨ੍ਹਾਂ ਨੂੰ ਆਪਾਂ ਐਵੇਂ ਅਸਮਾਨ 'ਤੇ ਚੜ੍ਹਾ ਲੈਂਦੇ ਹਾਂ। ਇਹਨਾਂ ਦਾ ਵਿਰੋਧ ਕਰੋ ਯਾਰ, ਵਿਰੋਧ ਕਰੋ, ਹੱਲ ਹੋ ਜਾਣਗੇ। ਅੱਜ ਨਹੀਂ ਹੁੰਦੇ ਕੱਲ੍ਹ ਹੋ ਜਾਣਗੇ। ਜਦੋਂ ਇਹਨਾਂ ਦੀਆਂ ਪੈਨਸ਼ਨਾਂ ਬੰਦ ਹੋ ਗਈਆਂ ਨਾ, ਉਦੋਂ ਬਾਅਦ ਸਾਰਾ ਕੁਝ ਹੋ ਜਾਊਗਾ। ਸਭ ਤੋਂ ਵੱਡੀ ਗੱਲ, ਦਿਲਾਂ 'ਚ ਇਮਾਨਦਾਰੀ ਰੱਖੋ। ਬਿਲਕੁਲ ਬਿਲਕੁਲ, ਇਮਾਨਦਾਰੀ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ। ਜੇ ਮੇਰੀ ਨਜ਼ਰਾਂ 'ਚ ਕੋਈ ਪੁੱਛੇ ਰੱਬ ਕੀ ਹੈ ਤਾਂ ਇਮਾਨਦਾਰੀ ਹੈ। ਬਿਲਕੁਲ ਜੀ। ਹੋਰ ਮੈਂ ਰੱਬ ਦੀ ਕੋਈ ਡੈਫੀਨੇਸ਼ਨ ਨਹੀਂ ਦੇਣੀ ਕਿ ਤੁਹਾਡਾ ਮਾਂ-ਬਾਪ ਹੈ। ਬਿਲਕੁਲ। ਤੀਜੀ ਕੋਈ ਡੈਫੀਨੇਸ਼ਨ ਹੈ ਹੀ ਨਹੀਂ ਮੇਰੀ ਨਜ਼ਰਾਂ 'ਚ ਰੱਬ ਦੀ। ਬਿਲਕੁਲ ਜੀ। ਆਪਾਂ ਮੰਦਿਰ ਮਸਜਿਦ ਗੁਰਦੁਆਰੇ 'ਚ ਜਾਂਦੇ ਹਾਂ ਤਾਂ ਉੱਥੇ ਕਹਿ ਦਿੰਦੇ ਵੀ ਰੱਬ ਫਲਾਨਾ ਅਕਾਲ ਪੁਰਖ ਜੋ ਵੀ ਹੈ, ਪਰ ਮੈਂ ਕਹਿੰਦਾ ਇਮਾਨਦਾਰੀ ਲਿਆਓ, ਦਿਲ ਸਾਫ਼ ਕਰ ਲਓ, ਤੁਹਾਡਾ ਰੱਬ ਤੁਹਾਡੇ ਦਿਲ ਦੇ ਵਿੱਚ ਹੈ। ਬਿਲਕੁਲ ਬਿਲਕੁਲ। ਤੁਹਾਡੇ ਮਾਂ-ਬਾਪ ਤੁਹਾਡੇ ਘਰੇ ਤੁਹਾਡਾ ਡੀਕਦੇ ਹੁੰਦੇ ਨਾ, ਉਹੀ ਰੱਬ ਹੁੰਦਾ। ਸ਼ਾਮ ਨੂੰ ਮੇਰਾ ਬੇਟਾ ਟਾਈਮ ਨਾਲ ਆ ਜਾਏ, ਰੋਟੀ ਖਾ ਲੇ। ਜਿਹੜੀ ਤੁਹਾਡੀ ਘਰ ਵਾਲੀ ਹੈ, ਤੁਹਾਡੀ ਭੈਣ ਹੈ, ਤੁਹਾਡਾ ਫਾਦਰ ਹੈ, ਤੁਹਾਡੇ ਘਰੇ ਡੀਕਦੇ ਆ, ਰੱਬ ਉਹ ਹੈ ਅਸਲ ਦੇ ਵਿੱਚ। ਇਹਨਾਂ ਬਾਕੀ ਗੱਲਾਂ ਦੇ ਵਿੱਚ ਨਾ ਪੈਣ, ਯੂਥ ਤਾਂ ਉਹਨਾਂ ਦੀ ਕਦਰ ਕਰ ਲਾਂਗੇ ਤਾਂ ਬਹੁਤ ਕੁਛ ਹੋ ਸਕਦਾ। ਇਮਾਨਦਾਰੀ ਜ਼ਰੂਰੀ ਹੈ। ਬਿਲਕੁਲ ਜੀ, ਇਮਾਨਦਾਰੀ ਜ਼ਰੂਰੀ ਹੈ। ਸੋ ਇੱਕ ਵੀਰੇ ਥੋੜ੍ਹਾ ਜਿਹਾ ਨਾ ਇੱਕ ਮੈਸੇਜ ਜ਼ਰੂਰ ਦਿਓ ਲੀਡਰਾਂ ਦੇ ਪ੍ਰਤੀ, ਜਿਹੜੇ ਆ ਸਾਡੇ ਹੁਣ ਵਿੱਚ ਬੇਈਮਾਨ ਲੀਡਰ, ਉਹਨਾਂ ਲਈ ਜ਼ਰੂਰ ਮੈਸੇਜ ਦਿਓ। ਇੱਕ ਮੈਸੇਜ ਤਾਂ ਮੈਂ ਦੇਣ ਜੋਗਾ ਇੰਨਾ ਖੈਰ ਮੈਂ ਹੋਇਆ ਨਹੀਂ, ਪਰ ਮੈਂ ਇੱਕੋ ਹੀ ਗੱਲ ਕਹਿਣਾ ਚਾਹੂੰਗਾ ਵੀ ਇਮਾਨਦਾਰੀ ਬਹੁਤ ਜ਼ਰੂਰੀ ਹੈ। ਇਮਾਨਦਾਰੀ ਦੇ ਨਾਲ ਹੀ ਸਾਰੇ ਹੱਲ ਹੁੰਦੇ ਨੇ। ਅਗਰ ਤੁਹਾਡੇ ਸਾਹਮਣੇ ਕੋਈ ਕ੍ਰਾਈਮ ਹੋ ਰਿਹਾ, ਤੁਸੀਂ ਉਹਦੀ ਆਵਾਜ਼ ਬੁਲੰਦ ਕਰੋ, ਕਿਉਂਕਿ ਤੁਹਾਡੀ ਜ਼ਿੰਦਗੀ ਨਹੀਂ ਹੈ, ਉਹ ਮੌਤ ਹੈ। ਤੁਸੀਂ ਉਹ 84 'ਚ ਕੱਟ ਰਹੇ ਹੋ ਜ਼ਿੰਦਗੀ। ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਨਕਲਾਬ ਨਹੀਂ ਹੈਗਾ, ਇਨਕਲਾਬ ਵਾਲੀ ਆਵਾਜ਼ ਨਹੀਂ ਹੈਗੀ, ਇਨਕਲਾਬ ਲੈ ਕੇ ਆਓ ਆਪਣੀ ਜ਼ਿੰਦਗੀ ਦੇ ਵਿੱਚ, ਤਾਂ ਬੁਰੇ ਸਮੇਂ ਦੇ ਵਿੱਚ ਆਪ ਨਾ ਟੁੱਟੋ, ਰਿਕਾਰਡ ਤੋੜੋ ਬੁਰੇ ਸਮੇਂ ਦੇ ਵਿੱਚ। ਤੇ ਬੰਦਾ ਯਾਰ ਦੋ ਕੰਮ ਹੁੰਦੇ ਆ ਜੀ। ਮੈਂ ਇੰਡੀਆ ਦੀ ਗੱਲ ਕਰਾਂ ਤਾਂ ਸਭ ਤੋਂ ਡਿਪਰੈਸਡ ਕੰਟਰੀ ਮੰਨੀ ਗਈ ਹੈ ਇਹ। 65% ਇਹਦੇ 'ਚ ਜਿਹੜੇ ਬੰਦੇ ਆ ਉਹ ਡਿਪਰੈਸਡ ਹੈ ਜੀ। ਤਾਂ ਬੁਰੇ ਸਮੇਂ ਦੇ ਵਿੱਚ ਆਪ ਨਾ ਟੁੱਟੋ, ਬੁਰੇ ਸਮੇਂ ਦੇ ਵਿੱਚ ਬੰਦਾ ਰਿਕਾਰਡ ਤੋੜ ਕੇ ਦਿਖਾਵੇ ਜੀ। ਇਹ ਇੱਦਾਂ ਦੀ ਆਪਦੀ ਵਿਲ ਪਾਵਰ ਮਜ਼ਬੂਤ ਕਰੋ ਕਿ ਪਤਾ ਲੱਗੇ ਵੀ ਯੂਥ ਕੀ ਚੀਜ਼ ਹੁੰਦੀ ਹੈ। ਸਭ ਤੋਂ ਸਟਰੋਂਗ ਦੇਸ਼ ਆਪਣਾ ਇੰਡੀਆ ਹੈ। 60% ਯੂਥ ਬੈਠਾ ਇਹਦੇ 'ਚ, ਤਾਂ ਯੂਥ ਕਿੱਧਰ ਜਾ ਰਿਹਾ ਹੈ? ਡਿਪਰੈਸ਼ਨ 'ਚ। ਤਾਂ ਮੈਂ ਇਹੀ ਕਹਿਣਾ, ਡਿਪਰੈਸ਼ਨ 'ਚੋਂ ਬਾਹਰ ਨਿਕਲੋ, ਫੋਨ 'ਚੋਂ ਬਾਹਰ ਨਿਕਲੋ, ਆਪਣੇ ਮਾਤਾ ਪਿਤਾ ਨਾਲ ਡੇਲੀ ਵਾਰਤਾਲਾਪ ਕਰੋ, ਚਾਹੇ ਲੜਕਾ ਹੈ ਚਾਹੇ ਲੜਕੀ ਹੈ। ਮਾਤਾ ਪਿਤਾ ਨਾਲ ਦੂਰੀ ਨਾ ਬਣਾਓ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਖਰਾਬ ਹੋ ਰਹੀ, ਤਾਂ ਮਾਤਾ ਪਿਤਾ ਵੀ ਦੂਰੀ ਕਰਕੇ। ਪਹਿਲਾਂ ਵੀ ਲੋਕ ਹੁੰਦੇ ਸੀ, ਸੱਤ 'ਚ ਬਹਿੰਦੇ ਸੀ, ਕੋਈ ਕਿਸੇ ਦਾ ਬੁੜਾ ਨਿਕਲਦਾ ਤਾਂ ਅੱਖਾਂ ਨਹੀਂ ਉੱਚੀਆਂ ਹੁੰਦੀਆਂ ਸੀ। ਬਿਲਕੁਲ ਬਿਲਕੁਲ।
ਕਿਸੇ ਪਿੰਡ ਦਾ ਸਰਪੰਚ ਨਿਕਲ ਜਾਂਦੇ ਤਾਂ ਲੋਕ ਸਾਹ ਦੀ ਆਵਾਜ਼ ਭੁੱਲ ਜਾਂਦੇ ਸੀ। ਬਿਲਕੁਲ ਬਿਲਕੁਲ। ਅੱਜ ਕਿਉਂ ਉਹ ਰੋਬ ਹੈ ਨਹੀਂਗਾ, ਕਿਉਂ ਹੈ ਨਹੀਂਗਾ ਅੱਜ ਕੱਲ੍ਹ? ਉਹ ਕਿੱਥੇ ਪਹਿਲਾਂ ਬੱਚੇ ਮਿੱਟੀ ਨਾਲ ਖੇਡਦੇ ਸੀ, ਫੋਨਾਂ 'ਚ ਵੜ ਗਏ। ਬਿਲਕੁਲ ਜੀ। ਉਹ ਕੰਪਿਊਟਰ ਤੇ ਟੀਵੀ ਨੇ ਉਹ ਜਗ੍ਹਾ ਲੈ ਲਈ। ਉਹ ਚੀਜ਼ ਇੱਦਾਂ ਆ ਵੀ ਤੁਸੀਂ ਆਪਾਂ ਨੂੰ ਕੋਈ ਸੁਧਾਰਨ ਵਾਲਾ ਨਹੀਂ ਆਏਗਾ, ਆਪਾਂ ਨੂੰ ਆਪਣਾ ਘਰ ਖੁਦ ਹੀ ਸਾਫ਼ ਕਰਨਾ ਪਏਗਾ। ਇਸ ਤੋਂ ਵਧੀਆ ਆਪਾਂ ਟਾਈਮ ਨਾਲ ਆਪਣਾ ਘਰ ਖੁਦ ਹੀ ਸਾਫ਼ ਕਰ ਲਈਏ। ਮਾਤਾ ਪਿਤਾ ਨਾਲ ਵਾਰਤਾਲਾਪ ਕਰੋ, ਉਹਨਾਂ ਨੂੰ ਦੱਸੋ ਵੀ ਆ ਸਾਡੀ ਆਹ ਚੀਜ਼ ਹੈ। ਤਾਂ ਮਾਤਾ ਪਿਤਾ ਕਦੇ ਗਲਤ ਰਾਏ ਨਹੀਂ ਦਿੰਦੇ। ਸਭ ਤੋਂ ਦੁਨੀਆ ਦੀ ਸਿਕਿਉਰ ਚੀਜ਼ ਹੈ ਤਾਂ ਉਹ ਮਾਤਾ ਆਂਚਲ ਹੈ ਇੱਕ ਪਿਓ ਦਾ, ਹੋਰ ਕੋਈ ਵੀ ਦੁਨੀਆ ਦੀ ਸੁਰੱਖਿਅਤ ਚੀਜ਼ ਨਹੀਂ ਹੈਗੀ। ਬਿਲਕੁਲ ਜੀ। ਬੱਚੇ ਵਾਸਤੇ ਜੇ ਉਹ ਮਾਤਾ ਪਿਤਾ ਨਾਲ ਵਾਰਤਾਲਾਪ ਕਰਨਗੇ ਤਾਂ ਚੰਗੀ ਸਲਾਹ ਦੇਣਗੇ, ਚੰਗਾ ਸਭ ਕੁਛ ਕਰਨਗੇ, ਤੁਹਾਨੂੰ ਸਦਬੁੱਧੀ ਆਊਗੀ ਤਾਂ ਤੁਸੀਂ ਦੇਸ਼ ਵਾਸਤੇ ਆਪਣੇ ਸਮਾਜ ਵਾਸਤੇ ਕੁਛ ਕਰੋਗੇ। ਛੋਟੀ ਛੋਟੀ ਚੀਜ਼ਾਂ ਤੋਂ ਹੀ ਦੇਸ਼ ਬਦਲਦਾ ਹੈ, ਛੋਟੀ ਛੋਟੀ ਚੀਜ਼ਾਂ ਤੋਂ ਸਮਾਜ ਬਦਲਦਾ ਹੈ। ਕਿਉਂਕਿ ਆਪਾਂ ਛੋਟੇ ਛੋਟੇ ਪੱਥਰਾਂ ਨਾਲ ਟਕਰਾਉਂਦੇ, ਪਹਾੜ ਨਾਲ ਨਹੀਂ ਟਕਰਾਉਂਦੇ। ਬਿਲਕੁਲ ਬਿਲਕੁਲ ਹੈ ਨਾ। ਤੁਸੀਂ ਖੁੱਲੇ 'ਚ ਬਾਥਰੂਮ ਕਰ ਰਹੇ ਹੋ, ਉਹ ਚੀਜ਼ਾਂ ਇਗਨੋਰ ਕਰੋ। ਤੁਸੀਂ ਕਚਰਾ ਕੋਈ ਚੀਜ਼ ਖਾਲੀ ਉੱਥੇ ਸਿੱਟਤਾ, ਉਹ ਚੀਜ਼ਾਂ ਨੂੰ ਤੁਸੀਂ ਅਵੋਇਡ ਕਰੋ। ਇਹ ਚੀਜ਼ਾਂ ਹੁੰਦੀਆਂ ਹੀ ਛੋਟੀ ਛੋਟੀ। ਅਗਰ ਕੋਈ ਬੋਲ ਰਿਹਾ ਤੁਹਾਡੇ ਸਾਹਮਣੇ ਕੋਈ ਕ੍ਰਾਈਮ ਹੋ ਰਿਹਾ ਤਾਂ ਉਹਨੂੰ ਰੋਕੋ। ਜ਼ਰੂਰੀ ਨਹੀਂ ਹੈ ਤੁਸੀਂ ਇਕੱਲੇ ਜਾ ਕੇ ਰੋਕੋ, 4 ਲੋਕਾਂ ਨੂੰ ਕਹੋ ਵੀ ਤੁਸੀਂ ਤਰੀਕੇ ਨਾਲ ਕਹੋ। ਅਗਰ ਇੱਕ ਵਾਰੀ ਮੈਂ ਤੁਹਾਨੂੰ ਗੱਲ ਦੱਸਾਂ ਸਰ, ਇੱਕ ਵਾਰੀ ਕੋਈ ਗੱਲ ਹੋ ਗਈ ਸੀ ਬਠਿੰਡਾ ਕੰਟੀਨ ਦੀ ਗੱਲ ਹੈ ਜੀ। ਤਾਂ ਉੱਧਰ ਮੇਰੇ ਤੋਂ MRP ਤੋਂ ਉੱਤੇ 5 ਰੁਪਏ ਵੱਧ ਲੈ ਰਹੇ ਸੀ। ਤਾਂ ਮੈਂ ਇਕੱਲਾ ਸਮਝਣਾ ਗਲਤ ਸਮਝਿਆ ਵੀ ਉਹਨਾਂ ਨਾਲ ਬਹਿਸ ਕਰਨਾ। ਤਾਂ ਮੈਂ ਇੱਕ ਨਾਲ ਵਾਲੇ ਬੰਦੇ ਨੂੰ ਕਿਹਾ, ਸਰ ਕੈਨ ਯੂ ਡੂ ਮੀ ਅ ਫੇਵਰ? ਕਹਿੰਦੇ ਯੈਸ ਬੋਲੋ। ਬੰਦਾ ਬਹੁਤ ਐਜੂਕੇਟਡ ਸੀਗਾ। ਮੈਂ ਕਿਹਾ ਸਰ ਮੇਰੇ ਨਾਲ ਇਹ ਗੱਲ ਬੀਤੀ ਜਾਂਦੀ ਹੈ। ਕਹਿੰਦੇ ਮੈਂ ਤੁਹਾਡੇ ਨਾਲ ਚੱਲਦਾ। ਤੁਸੀਂ 2-3 ਇਕੱਠੇ ਲੋਕ ਲੈ ਕੇ ਜਾਓ, ਉਹਨਾਂ ਨਾਲ ਆਰਾਮ ਨਾਲ ਗੱਲ ਕਰੋ ਜਾਂ ਕੋਈ ਸਮਝਾਓ, ਉਹਨਾਂ ਨੂੰ ਦੱਸੋ ਵੀ ਆਹ ਗੱਲ ਨਹੀਂ ਚਾਹੀਦੀ। ਤੁਸੀਂ ਇਕੱਲੇ ਹੀ ਹੀਰੋ ਬਣੋਗੇ, ਆਹ ਦੱਸ ਕੀ ਹੈ, ਫਿਰ ਤਾਂ ਤੁਹਾਡੇ ਵਾਸਤੇ ਵੀ ਹਾਨੀਕਾਰਕ ਹੈ। ਤਰੀਕੇ ਨਾਲ ਹੁੰਦਾ, ਥੋੜਾ ਕੌਨਸੈਂਟਰੇਟ ਕਰੋ। ਮੈਂ ਤਾਂ ਇਹ ਗੱਲ ਕਹਿੰਦਾ ਵੀ ਵੱਧ ਤੋਂ ਵੱਧ ਹੋ ਸਕੇ ਹੁਸ਼ਿਆਰ ਬਣੋ, ਅਲਰਟ ਰਹੋ ਤੇ ਕੌਨਸੈਂਟਰੇਟ ਜ਼ਰੂਰੀ ਹੈ। ਬਿਲਕੁਲ। ਪੜ੍ਹਾਈ ਜ਼ਰੂਰੀ ਹੈ, ਨੀਅਤ ਸਾਫ਼ ਹੋਣੀ ਜ਼ਰੂਰੀ ਹੈ। ਫਿਰ ਦੇਖੋ ਅੱਜ ਇੰਡੀਆ ਤੁਹਾਨੂੰ ਕੈਨੇਡਾ ਤੋਂ ਅਮਰੀਕਾ ਤੋਂ ਵੀ ਵੱਧ ਲੱਗੂਗਾ। ਇੱਥੇ ਹੀ ਸਭ ਕੁਛ ਹੈ। ਬਿਲਕੁਲ ਬਿਲਕੁਲ ਦੋਸਤੋ, ਬਾਈ ਜੀ ਨੇ ਬਹੁਤ ਵਧੀਆ ਮੈਸੇਜ ਦਿੱਤਾ। ਸੋ ਇੱਕ ਹੋ ਯਾਰ, ਇੱਕ ਹੋ ਕੇ ਹੱਲ ਹੋਣਾ। ਐਵੇਂ ਨਾ ਸੋਚਿਆ ਕਰੋ ਯਾਰ ਉਹਦੇ ਨਾਲ ਧੱਕਾ ਹੋ ਗਿਆ, ਮੈਨੂੰ ਕੀ ਲੋੜ ਆ। ਠੀਕ ਆ, ਇਕਜੁੱਟ ਹੋ ਜਾਓ, ਸਾਰੇ ਤੁਹਾਡੇ ਲੋਟ ਆ ਜਾਣਗੇ। ਚਾਹੇ ਕੋਈ ਮੰਤਰੀ ਆ, ਚਾਹੇ ਸੰਤਰੀ ਆ ਜਿਹੜਾ ਤੁਹਾਡੇ ਨਾਲ ਬੇਈਮਾਨੀ ਕਰਦਾ, ਚਾਹੇ ਕੋਈ ਅਫਸਰ ਆ, ਸਾਰੇ ਤੁਹਾਡੇ ਲੋਟ ਆ ਜਾਣਗੇ। ਇਕਜੁੱਟ ਹੋਇਆ ਕਰੋ, ਗੱਲ ਨੂੰ ਸਮਝਿਆ ਕਰੋ, ਫਲਾਇਆ ਨਾ ਕਰੋ। ਤੇ ਇੱਕ ਮੇਰੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਜਿਹੜੇ ਐਵੇਂ ਹਾਥ 'ਚ ਲੋਕਾਂ ਦੇ ਮਗਰ ਲੱਗੇ ਫਿਰਦੇ ਆ। ਉਹ ਧੜਾਵਾ ਉਹਦੇ ਮਗਰ ਤੁਰ ਪੈਂਦੇ ਆ, ਉਹ ਧੜਾ ਉਹਦੇ ਮਗਰ ਤੁਰ ਪਿਆ। ਉਹ ਯਾਰ ਜਿਹੜਾ ਅਸੀਂ ਲਕਸ਼ ਆ ਨਾ, ਉਹ ਸਾਡਾ ਫੇਲ ਕਰਨ ਵਿੱਚ ਉਹ ਲੋਕਾਂ ਦਾ ਬਹੁਤ ਵੱਡਾ ਹੱਥ ਆ, ਜਿਹੜੇ ਆਪਦੀਆਂ ਪਾਰਟੀਆਂ ਬਣਾ ਕੇ ਲੋਕਾਂ ਨੂੰ ਨਾਲ ਤੋੜ ਲੈਂਦੇ ਆ। ਜਦੋਂ ਸਾਡਾ ਇੱਕ ਲਕਸ਼ ਆ ਨਾ, ਤਾਂ ਇੱਕ ਲਕਸ਼ 'ਤੇ ਹੀ ਚੱਲਿਆ ਕਰੋ। ਇੰਡੀਆ ਨਾ ਕਰੋ ਮੈਂ ਭਾਈ ਉਹਦੇ ਨਾਲ ਆ, ਮੈਂ ਭਾਈ ਉਹਦੇ ਨਾਲ ਆ, ਮੈਂ ਭਾਈ ਉਹਦੇ ਨਾਲ। ਇਹ ਗੱਲਾਂ ਛੱਡ ਦਿਓ ਜੀ। ਬਿਲਕੁਲ। ਜਦੋਂ ਇੱਕ ਮੁੱਦੇ ਦੀ ਗੱਲ ਆ ਤਾਂ ਇਕਜੁੱਟ ਹੋ ਕੇ ਤੁਰ ਪਿਆ ਕਰੋ। ਆਪਦੇ ਰਾਹ ਨਾ ਬਣਾਇਆ ਕਰੋ। ਉੱਥੇ ਤਾਂ ਲੋਕਾਂ ਨੂੰ ਜਿਹੜੇ ਆਪਣੇ ਦੁਸ਼ਮਣ ਹੁੰਦੇ ਆ ਨਾ, ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਆ, ਪੈਰ ਵਸਾਉਣ ਦੀ ਜਗ੍ਹਾ ਮਿਲ ਜਾਂਦੀ। ਉਹਨਾਂ ਨੇ ਆਪੇ ਹੀ ਖਿੰਡਾ ਦੇਣਾ। ਉਹੀ ਕੰਮ ਸਾਡੇ ਇੰਡੀਆ 'ਚ ਹੋ ਰਿਹਾ। ਜਦੋਂ ਕੋਈ ਸੰਘਰਸ਼ ਹੁੰਦਾ ਜਾਂ ਕੁਛ ਵੀ ਹੁੰਦਾ, ਲੋਕ ਆਪਦੇ ਰਾਹ ਲੱਭ ਲੈਂਦੇ ਆ। ਫਿਰ ਆਪਦੇ ਰਾਹ ਲੱਭ ਕੇ ਪਹੁੰਚਦਾ ਨਹੀਂ ਵੀਰੇ ਕੋਈ, ਪੰਜਲਾਂ 'ਚ ਅੱਧ ਵਿਚਾਲੀ ਰਹਿੰਦੇ ਆ। ਇਹ ਕੰਮ ਦਾ ਖਿਆਲ ਇਕਜੁੱਟ ਹੋ ਕੇ ਰੱਖਿਆ ਕਰੋ। ਸੋ ਭਰਾਵੋ, ਰਲ ਮਿਲ ਕੇ ਚੱਲੋ। ਸੋ ਇਹੀ ਸਾਡਾ ਕਹਿਣਾ। ਸੋ ਬਾਕੀ ਇੱਕ ਮੈਸੇਜ ਮੈਂ ਹੋਰ ਸਮਾਜ ਨੂੰ ਦੇਣਾ ਚਾਹੂੰਗਾ, ਬੜੇ ਮੇਰੇ ਦਿਲ 'ਚ ਰੜਕਦੀ ਰਹਿੰਦੀ ਉਹ ਚੀਜ਼ ਜੀ। ਪਿਓਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਆਪਣੇ ਧੀ ਦੇ ਵਿਆਹ ਵੇਲੇ ਇੰਨਾ ਪੈਸਾ ਨਾ ਲਾਓ ਜੀ। ਕਿਉਂਕਿ ਉਹਦੀ ਸਾਰੀ ਉਮਰ ਦੀ ਕਮਾਈ ਉਹ ਆਪਦੇ ਇੱਕ ਦਿਨ ਦੇ ਵਿੱਚ ਧੀ ਦੀ ਆਪਣੇ ਵਿਆਹ ਦੇ ਵਿੱਚ ਉਗਾਲ ਦਿੰਦਾ। ਬਿਲਕੁਲ ਜੀ। ਮੈਂ ਕੱਲ ਪਰਸੋਂ ਇਹ ਗੱਲ ਨੋਟਿਸ ਕੀਤੀ ਹੈ। ਤੇ ਲੋਕਾਂ ਨੂੰ ਇਹ ਵੀ ਬੇਨਤੀ ਹੈ, ਵਿਆਹਾਂ 'ਚ ਤਾਂ ਪੈਸਾ ਲਾਵੇ ਨਾ। ਦਾਜ ਜਿੰਨਾ ਹੋ ਸਕੇ ਉਨਾ ਮੰਗਣਾ ਬੰਦ ਕਰ ਦਿਓ। ਜੇ ਉਹਨਾਂ ਦੇ ਮਾਂ-ਬਾਪ ਖੁਸ਼ੀ ਨਾਲ ਵੀ ਦਿੰਦੇ ਤਾਂ ਵੀ ਨਾ ਲਓ। ਬਿਲਕੁਲ। ਕਿਉਂਕਿ ਇਹ ਬਹੁਤ ਕਰੂੜ ਚੀਜ਼ ਹੈ, ਇਹ ਆਪਾਂ ਨੂੰ ਕਦੇ ਉੱਠਣ ਹੀ ਨਹੀਂ ਦਿੰਦੀ। ਬਿਲਕੁਲ ਜੀ। ਫਿਰ ਤੁਸੀਂ ਕਹੋਗੇ ਵੀ ਕਹਿੰਦੇ ਵੀ ਉਹ ਸਾਡੇ ਬੱਚੇ ਹੁਣ ਭਗਤ ਸਿੰਘ ਨਹੀਂ ਬਣ ਸਕਦੇ, ਇਹ ਨਹੀਂ ਬਣ ਸਕਦੇ, ਉਹ ਨਹੀਂ ਬਣ ਸਕਦੇ। ਇਸੇ ਕਰਕੇ ਨਹੀਂ ਬਣ ਸਕਦੇ, ਤੁਹਾਡੀ ਰੂਹ ਕਮਜ਼ੋਰ ਹੈ। ਰੂਹ ਕਿਵੇਂ ਕਮਜ਼ੋਰ ਹੈ? ਛੋਟੇ ਮੋਟੇ ਕੰਮਾਂ ਪਿੱਛੇ ਵਿਆਹ ਦੇ ਵਿੱਚ ਜਾਂਦੇ 500 ਸ਼ਗਨ ਬੰਨੇ 1000 ਦਾ ਖਾ ਕੇ ਆ ਜਾਂਦੇ। ਬਿਲਕੁਲ। ਇਹ ਕੀ ਤਰੀਕਾ ਹੋਇਆ ਬਈ? ਬਿਲਕੁਲ। ਇੰਨਾ ਹੀ ਹੈ ਵੀ ਵਿਆਹ ਦਹਾਜ ਨਾ ਲਓ, ਵਿਆਹ ਇੰਨਾ ਪੈਸਾ ਨਾ ਵੇਸਟ ਕਰੋ ਵੀ ਲੋਕਾਂ ਨੂੰ ਸ਼ਾਨੋ ਸ਼ੌਕਤ ਨਾ ਦਿਖਾਓ। ਸਭ ਤੋਂ ਵਧੀਆ ਗੱਲ ਇਹੀ ਹੈ, ਜਿੰਨਾ ਹੋ ਸਕੇ ਇਕਜੁੱਟ ਹੋ ਕੇ ਰਹੋ। ਕਿਉਂਕਿ ਵਾਹਿਗੁਰੂ ਵੀ ਆਪਣੇ ਅੰਦਰ ਹੀ ਵਸਦਾ, ਉਹ ਕੋਈ ਤੀਜੀ ਚੀਜ਼ ਨਹੀਂ ਹੈਗੀ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਗੱਲ ਕਹੀ ਸੀ ਕਿ ਨਾਨਕ ਨਾਮ ਜਹਾਜ਼ ਹੈ। ਠੀਕ ਹੈ। ਨਾਨਕ ਜਿਹੜਾ ਨਾਮ ਸ਼ਬਦ ਹੈ ਨਾ, ਉਹ ਜਹਾਜ਼ ਹੈ। ਨਾਨਕ ਜੀ ਖੁਦ ਜਹਾਜ਼ ਨਹੀਂ ਹੈਗੇ। ਇਹਨਾਂ ਨੂੰ ਤੁਸੀਂ ਪਲੀਜ਼ ਉਹਨਾਂ ਨੂੰ ਜਹਾਜ਼ ਨਾ ਬਣਾਓ। ਗਲਤ ਤਰੀਕੇ ਨਾਲ ਹਿਸਟਰੀ ਨੂੰ ਤੋੜ ਮਰੋੜ ਕੇ ਨਾ ਪੇਸ਼ ਕਰੋ। ਜਿੱਦਣ ਤੁਸੀਂ ਇੱਕ ਹੋ ਗਏ, ਜਿੱਦਣ ਤੁਹਾਡੇ ਅੰਦਰ ਇੱਕ ਜੋਤ ਜ਼ਿਆਦਾ ਤਰੀਕੇ ਨਾਲ ਬਣਨ ਲੱਗ ਗਈ, ਤਾਂ ਉਦੋਂ ਤੁਸੀਂ ਕਾਮਯਾਬ ਹੋ ਜਾਓਗੇ। ਤਾਂ ਕਿਸੇ ਸਰਕਾਰ ਤੇ ਕਿਸੇ ਵਿਕਾਊ ਦੀ ਕੋਈ ਤਾਕਤ ਨਹੀਂ ਹੈਗੀ ਜਿਹੜਾ ਤੁਹਾਡੇ ਸਾਹਮਣੇ ਉਂਗਲ ਵੀ ਚੱਕ ਲੇਗਾ। ਬਿਲਕੁਲ ਜੀ। ਸੋ ਬਹੁਤ ਵਧੀਆ ਗੱਲ ਕਹੀ ਆ ਆਕਾਸ਼ ਜੀ ਨੇ। ਸੋ ਦੋਸਤੋ, ਇਕਜੁੱਟ ਹੋ ਜਾਓ ਜੀ। ਮੁੱਠੀ 'ਚ ਬਹੁਤ ਤਾਕਤ ਹੁੰਦੀ ਆ। ਇਕਜੁੱਟ ਹੋ ਕੇ ਕੰਮ ਕਰਿਆ ਕਰੋ। ਸੋ ਇਹੀ ਸਾਡਾ ਕਹਿਣਾ ਜੀ। ਸੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਸਪੋਰਟ ਜ਼ਰੂਰ ਕਰਿਓ ਜੀ, ਕਿਉਂਕਿ ਕੰਮ ਦੀਆਂ ਗੱਲਾਂ ਵਾ ਘੱਟ ਹੀ ਪੱਲੇ ਪੈਂਦੀਆਂ, ਪਰ ਪੱਲੇ ਪਾਉਣ ਵਾਲੇ ਬੰਦੇ ਵੀ ਹੋਣੇ ਚਾਹੀਦੇ ਆ ਜੀ। ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਸ਼ੇਅਰ ਕਰਿਓ, ਕਿਉਂਕਿ ਦੇਖੋ ਲੋਕ ਹਾਥ ਹੂਥ ਬਹੁਤ ਸੁਣਦੇ ਆ। ਕੰਮ ਦੀਆਂ ਗੱਲਾਂ ਨੂੰ ਅਕਸਰ ਆਪਾਂ ਦੇਖ ਕੇ ਜਦੀ ਇਗਨੋਰ ਕਰ ਦਿੰਦੇ ਆ। ਜੀ ਜੀ।
ਕੰਮ ਦੀਆਂ ਗੱਲਾਂ ਜ਼ਰੂਰ ਸੁਣਿਆ ਕਰੋ। ਸੋ ਧੰਨਵਾਦ ਜੀ ਸਾਰਿਆਂ ਦਾ। ਸਾਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਧੰਨੂ ਟੀਵੀ। ਧੰਨੂ ਟੀਵੀ। ਸਤਿ ਸ਼੍ਰੀ ਅਕਾਲ ਜੀ। ਜੈ ਹਿੰਦ ਦੋਸਤੋ, ਜੈ ਜਨਤਾ, ਜੈ ਪੰਜਾਬ।